Number one ਰੇਡੀਓ ਹਾਂਜੀ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਰੇਡੀਓ ਹਾਂਜੀ 1674 ਦੋਸਤੋ। ਵਾਅਦੇ ਦੇ ਮੁਤਾਬਕ ਜਿਵੇਂ ਆਪਾਂ ਗੱਲਬਾਤ ਕਰ ਰਹੇ ਸਾਂ ਕਿ ਜਿਹੜਾ 500 ਮਿਲੀਅਨ ਡਾਲਰ ਦਾ ਅਸਲ ਦੇ ਵਿੱਚ ਸਰਕਾਰ ਨੇ ਸਾਡੇ ਲਈ ਪੈਕੇਜ ਰੱਖਿਆ ਕਿ ਇਹਦੇ ਵਿੱਚ ਰੈਂਟ ਰਿਲੀਫ ਦਿੱਤੀ ਜਾਊਗੀ। ਇਹਦੇ ਵਿੱਚ ਕਮਰਸ਼ੀਅਲ ਅਤੇ ਰੈਜ਼ੀਡੈਂਸ਼ੀਅਲ ਦੋਨਾਂ ਨੂੰ ਹੀ ਰੱਖਿਆ ਗਿਆ। ਸੋ ਉਸ ਦੇ ਵਿੱਚ ਅਸੀਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ ਅਤੇ ਕਿਹੜੀ ਜਾਣਕਾਰੀ ਜਿਹੜੀ ਆ ਹੁਣ ਤੱਕ ਉਹਨਾਂ ਏਜੰਸੀਜ਼ ਤੱਕ ਪਹੁੰਚ ਚੁੱਕੀ ਆ ਜਿਨ੍ਹਾਂ ਦੇ ਥਰੂ ਅਸੀਂ ਰੈਂਟ ਦੇ ਉੱਤੇ ਘਰ ਲੈਂਦੇ ਹਾਂ। ਸੋ ਖਾਸ ਕਰਕੇ ਰੈਜ਼ੀਡੈਂਸ਼ੀਅਲ ਨੂੰ ਲੈ ਕੇ ਉਹ ਸਾਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਸ ਵਕਤ ਜੈਸਮੀਨ ਜੀ ਨੇ। ਆਪਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਜਿਹੜੀ ਜਾਣਕਾਰੀ ਪਹਿਲੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲੋਂ ਰਹਿ ਗਈ ਸੀ ਉਸ ਦੇ ਉੱਤੇ ਵੀ ਅੱਜ ਦੇ ਦਿਨ ਆਪਾਂ ਚਾਨਣਾ ਪਾਵਾਂਗੇ। ਪਹਿਲਾਂ ਜੀ ਆਇਆਂ ਆਖਦੇ ਹਾਂ ਜੀ, ਵੈਲਕਮ ਤੁਹਾਡਾ ਜੈਸਮੀਨ ਜੀ। ਥੈਂਕ ਯੂ ਗੁਰਜੋਤ ਜੀ, ਸਤਿ ਸ਼੍ਰੀ ਅਕਾਲ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜੈਸਮੀਨ ਜੀ, ਮੈਂ ਚਾਹੂੰਗਾ ਕਿ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੀ ਜਿਹੜੀ ਆ ਸ਼ੁਰੂਆਤ ਅਤੇ ਜੋ ਨਵਾਂ ਆ ਉਹਦੇ ਬਾਰੇ ਦੱਸੋ। ਇੱਕ ਵਾਰੀ ਜਿਹੜਾ ਆ ਆਪਾਂ ਸਾਰਾ ਰਿਵਾਈਵ ਕਰ ਲੈਂਦੇ ਹਾਂ, ਹੈ ਨਾ, ਉਹਨੂੰ ਦੁਹਰਾ ਲੈਂਦੇ ਹਾਂ ਕਿ ਹੁਣ ਤੱਕ ਕੀ ਹੋ ਚੁੱਕਿਆ ਆ, ਕਿਹੜੀ ਜਾਣਕਾਰੀ ਆਪਾਂ ਪਹਿਲਾਂ ਦੇ ਚੁੱਕੇ ਹਾਂ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਨਵੀਂ ਜਾਣਕਾਰੀ ਕਿਹੜੀ ਸਾਡੇ ਕੋਲ ਆਈ ਆ। ਸੋ ਆਪਾਂ ਉਹਦੇ ਵੱਲ ਆਉਂਦੇ ਹਾਂ। ਸੋ ਹੁਣ ਤੱਕ ਅਗਰ ਤੁਸੀਂ ਦੁਹਰਾਉਣਾ ਚਾਹੋ ਉਸ ਨੂੰ ਕਿ ਪਹਿਲੇ ਦਿਨ ਤੋਂ ਲੈ ਕੇ ਅਤੇ ਤੁਹਾਡੇ ਕੋਲ ਕਿਹੜੀ ਜਾਣਕਾਰੀ ਹੈ ਇਸ ਸਾਰੀ ਰੈਂਟ ਰਿਲੀਫ ਨੂੰ ਲੈ ਕੇ। ਜੀ ਬਿਲਕੁਲ ਗੁਰਜੋਤ ਜੀ, ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਨੇ ਹਾਲੇ ਤੱਕ ਕੁਝ ਜ਼ਿਆਦਾ ਅਨਾਊਂਸ ਨਹੀਂ ਕੀਤਾ ਸੀਗਾ। ਕਮਰਸ਼ੀਅਲ ਨੂੰ ਲੈ ਕੇ ਫਿਰ ਵੀ ਥੋੜ੍ਹਾ ਜਿਹਾ ਕੀਤਾ ਸੀਗਾ, ਰੈਜ਼ੀਡੈਂਸ਼ੀਅਲ ਨੂੰ ਲੈ ਕੇ ਕੋਈ ਵੀ ਅਨਾਊਂਸਮੈਂਟਸ ਹਾਲੇ ਤੱਕ ਨਹੀਂ ਆ ਰਹੀਆਂ ਸੀਗੀਆਂ। ਤੇ ਇਸ ਕਰਕੇ ਸਾਡੇ ਤੇ ਵੀ ਈਵਨ ਐਜ਼ ਅ ਪ੍ਰੋਪਰਟੀ ਮੈਨੇਜਰ ਤੇ ਸਾਡੇ ਤੇ ਕਾਫੀ ਪ੍ਰੈਸ਼ਰ ਸੀਗਾ ਟੈਨੈਂਟਸ ਵੱਲੋਂ ਵੀ ਔਰ ਲੈਂਡਲੋਰਡਸ ਵੱਲੋਂ ਵੀ ਕਿ ਇਸ ਮਾਮਲੇ 'ਚ ਕੀ ਕੀਤਾ ਜਾਏ। ਤੇ ਜਿਵੇਂ ਮੈਂ ਆਪਣੇ ਪਹਿਲੇ ਪ੍ਰੋਗਰਾਮਸ ਵਿੱਚ ਵੀ ਦੱਸਿਆ ਆ ਕਿ ਲੈਂਡਲੋਰਡਸ ਵੀ ਸੇਮ ਹਾਰਡਸ਼ਿਪ ਫੇਸ ਕਰ ਰਹੇ ਆ ਬਿਕਾਜ਼ ਆਫ ਦੇਅਰ ਮੌਰਗੇਜ। ਤੇ ਸਾਨੂੰ ਇਹੀ ਕਿਹਾ ਜਾ ਰਿਹਾ ਸੀਗਾ, ਹਾਲੇ ਤੱਕ ਕੋਈ ਕਲੀਅਰ ਇੰਸਟਰਕਸ਼ਨਸ ਨਹੀਂ ਸੀ ਆ ਰਹੀਆਂ ਕਿ ਇਹੀ ਕਿਹਾ ਜਾ ਰਿਹਾ ਸੀਗਾ ਕਿ ਟੈਨੈਂਟਸ ਔਰ ਲੈਂਡਲੋਰਡਸ ਆਪਸ ਵਿੱਚ ਹੀ ਨੈਗੋਸ਼ੀਏਟ ਕਰਨ ਔਰ ਇਹ ਸਾਰਾ ਡਿਪੈਂਡ ਕਰਦਾ ਸੀਗਾ ਕਿ ਲੈਂਡਲੋਰਡ ਦੀ ਕੀ ਸਿਚੁਏਸ਼ਨ ਆ ਤੇ ਟੈਨੈਂਟਸ ਕਿੰਨਾ ਕੁ ਅਫੋਰਡ ਕਰ ਸਕਦੇ ਆ। ਬਟ ਕੱਲ੍ਹ ਦੀ ਅਨਾਊਂਸਮੈਂਟ ਤੋਂ ਪਰਸੋਂ ਦੀ ਅਨਾਊਂਸਮੈਂਟ ਤੋਂ ਬਾਅਦ ਤੇ ਚੀਜ਼ਾਂ ਕਾਫੀ ਜ਼ਿਆਦਾ ਚੇਂਜ ਹੋ ਗਈਆਂ ਨੇ। ਪਾਰਲੀਮੈਂਟ ਵਿੱਚ ਜਿਹੜਾ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਆ, ਬਟ ਕਲੀਅਰ ਕਰਦਾ ਕਿ ਹਾਲੇ ਤੱਕ ਇਹ ਅਫੈਕਟ ਨਹੀਂ ਹੋਇਆ। ਬਟ ਜਦੋਂ ਵੀ ਇਹ ਹੋਏਗਾ ਉਦੋਂ ਹੋ ਸਕਦਾ ਕਿ ਬੈਕ ਡੇਟਡ ਹੀ ਜਿਹੜੀ ਗ੍ਰਾਂਟ ਹੈ ਉਹ ਸਟਾਰਟ ਹੋ ਜਾਏਗੀ। ਇਹਦੇ ਵਾਸਤੇ ਲਾਅ ਚੇਂਜ ਕੀਤਾ ਗਿਆ ਸੀਗਾ। ਜਿਹੜਾ ਹੁਣ ਤੱਕ ਸਾਡਾ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ ਚੱਲਦਾ ਹੈ, ਇਹ ਚੱਲਦਾ ਹੈ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ 1997 ਦੇ ਅਧੀਨ ਸਾਰੇ ਲੀਜ਼ ਐਗਰੀਮੈਂਟ ਬਣਦੇ ਆ। ਜੋ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਵੀ ਕੋਈ ਲਾਅ ਆ ਜਾਂ ਫਿਰ ਕੋਈ ਵੀ ਕਲੌਜ਼ਸ ਨੇ, ਉਹ ਸਾਰੀਆਂ ਇਹਦੇ ਅਕੋਰਡਿੰਗ, ਇਸ ਐਕਟ ਦੇ ਅਕੋਰਡਿੰਗ ਹੀ ਉਹਨਾਂ 'ਤੇ ਅਮਲ ਕੀਤਾ ਜਾਂਦਾ ਹੈ। ਬਟ ਇਹਦੇ ਵਿੱਚ ਪਰਸੋਂ ਚੇਂਜਿਸ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਹਦਾ ਕਰਕੇ ਉਹਨਾਂ ਨੇ ਕਿਹਾ ਇੱਕ ਸਭ ਤੋਂ ਪਹਿਲਾਂ ਕਿ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ ਪ੍ਰੋਪਰਟੀ 'ਚ, ਕਿਉਂਕਿ ਹੁਣ ਪੈਂਡੈਮਿਕ ਦਾ ਕਰਕੇ ਕਾਫੀ ਜ਼ਿਆਦਾ ਹਾਰਡਸ਼ਿਪ ਫੇਸ ਕਰ ਰਹੇ ਆ ਸਾਰੇ ਹੀ, ਕਿ ਤੁਹਾਡੇ ਕੋਲ ਦੋ ਆਪਸ਼ਨਸ ਨੇ। ਯੂ ਕੈਨ ਲੀਵ ਦਾ ਪ੍ਰੋਪਰਟੀ। ਉਹਦੇ ਵਿੱਚ ਨਾਰਮਲ ਚੀਜ਼ ਸੀਗਾ ਕਿ ਅਗਰ ਤੁਸੀਂ 12 ਮਹੀਨਿਆਂ ਤੋਂ ਪਹਿਲਾਂ, ਅਗਰ ਤੁਹਾਡਾ ਐਗਰੀਮੈਂਟ ਹੈ 12 ਮਹੀਨੇ ਦਾ, ਅਗਰ ਤੁਸੀਂ ਉਸ ਤੋਂ ਪਹਿਲਾਂ ਛੱਡਦੇ ਹੋ ਤੇ ਯੂ ਹੈਵ ਟੂ ਪੇ ਸਮ ਫੀਸ। ਲੀਜ਼ ਬ੍ਰੇਕ ਫੀਸ ਕਿਹਾ ਜਾਂਦਾ, ਵਿਚ ਇਜ਼ ਐਕਸਪੈਂਸਿਵ ਪ੍ਰੈਕਟਿਸ, ਕਿਉਂਕਿ ਤੁਹਾਨੂੰ ਰੈਂਟ ਪੇ ਕਰਨਾ ਹੁੰਦਾ। ਉਹਦੇ ਤੋਂ ਰਾਹਤ ਦੇ ਦਿੱਤੀ ਗਈ ਆ ਕਿ ਅਗਰ ਤੁਸੀਂ ਅਫੋਰਡ ਨਹੀਂ ਕਰ ਪਾ ਰਹੇ ਇਸ ਟਾਈਮ ਤੇ ਤੁਸੀਂ ਮੂਵ ਕਰਨਾ ਚਾਹ ਰਹੇ ਹੋ, ਤੁਹਾਨੂੰ ਕੋਈ ਵੀ ਏਜੰਟ ਫੀਸ ਨਹੀਂ ਚਾਰਜ ਕਰ ਸਕਦਾ। ਤੁਸੀਂ ਬਿਨਾਂ ਲੀਜ਼ ਬ੍ਰੇਕ ਫੀਸ ਦਿੱਤੇ ਆਪਣਾ ਘਰ ਖਾਲੀ ਕਰਕੇ ਜਾ ਸਕਦੇ ਹੋ। ਬਟ ਤੁਹਾਨੂੰ ਉਹ ਹੈ ਕਿ ਘਰ ਐਜ਼ ਯੂਜੂਅਲ ਪ੍ਰੋਪਰ ਹੀ ਛੱਡ ਕੇ ਜਾਣਾ ਪਏਗਾ। ਤੁਹਾਡਾ ਇਹ ਨਹੀਂ ਹੈ ਕਿ ਤੁਹਾਡਾ ਬੌਂਡ ਸਾਰਾ ਰੀਫੰਡ ਹੋ ਜਾਏਗਾ। ਉਹ ਇਹ ਹੈ ਕਿ ਤੁਹਾਡਾ ਇਹਦੇ ਵਾਸਤੇ ਨਹੀਂ ਕੱਟਿਆ ਜਾਏਗਾ, ਬਾਕੀ ਯੂਜੂਅਲ ਪ੍ਰੈਕਟਿਸ ਜਿਹੜਾ ਬੌਂਡ ਰੀਫੰਡ ਦੀ ਹੁੰਦੀ। ਦੂਸਰੀ ਆਪਸ਼ਨ ਇਹ ਦਿੱਤੀ ਗਈ ਸੀਗੀ ਕਿ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ, ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ ਆਪਣੇ ਲੈਂਡਲੋਰਡ ਨਾਲ ਤੇ ਆਪਣੇ ਰੀਅਲ ਏਸਟੇਟ ਏਜੰਟ ਨਾਲ ਕਿ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਹੋ। ਬਟ ਗਵਰਨਮੈਂਟ ਨੇ ਬਾਰ-ਬਾਰ ਇਹ ਕਹਿ ਰਹੀ ਹੈ ਕਿ ਇਹ ਨਾ ਹੋਏ ਕਿ ਤੁਸੀਂ ਰੈਂਟ ਪੇ ਕਰਨਾ ਬੰਦ ਕਰ ਦਿਓ। ਯੂ ਮਸਟ ਪੇ how much you can afford at the moment। ਮਤਲਬ ਇਹ ਹੈ ਕਿ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹਨਾਂ ਦਿੰਦੇ ਰਹੋ। ਇਹ ਬਿਲਕੁਲ ਵੀ ਨਹੀਂ ਕਿਤੇ ਵੀ ਕਿ ਰੈਂਟ ਤੁਹਾਡਾ ਬਿਲਕੁਲ ਬੰਦ ਹੋ ਗਿਆ। ਜੀ ਬਿਲਕੁਲ। ਤੇ ਇਹਦੇ ਨਾਲ ਫਿਰ ਉਹਨਾਂ ਨੇ ਇੱਕ ਰੈਂਟ ਰਿਲੀਫ ਗ੍ਰਾਂਟ ਜਿਹੜੀ ਆ ਉਹ ਅਨਾਊਂਸ ਕੀਤੀ ਆ $80 ਮਿਲੀਅਨ ਦੀ। ਤੇ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਅਪ ਟੂ 2000 ਜਿਹੜੇ ਵਿਕਟੋਰੀਅਨਸ ਨੂੰ ਦਿੱਤੇ ਜਾਣਗੇ। ਆਈ ਮੇਕ ਇਟ ਕਲੀਅਰ,
ਅਪ ਟੂ 2000 ਇਹਦਾ ਮਤਲਬ ਇਹ ਬਿਲਕੁਲ ਨਹੀਂ ਆ ਕਿ ਸਾਰਿਆਂ ਨੂੰ 2000 ਮਿਲੂਗੇ। ਉਹ ਹੂੰ ਡਿਪੈਂਡ ਕਰਦਾ ਤੁਹਾਡੇ ਸਰਕਮਸਟੈਂਸਸ ਤੇ। ਜਦੋਂ ਅਸੀਂ ਕੱਲ ਪ੍ਰੋਗਰਾਮ ਕਰ ਰਹੇ ਸੀ ਆਈ ਵਾਸਨਟ ਵੈਰੀ ਕਲੀਅਰ, ਮੈਂ ਜ਼ਿਆਦਾ ਕਲੀਅਰ ਨਹੀਂ ਸੀਗੀ ਇਸ ਰੈਂਟ ਰਿਲੀਫ ਨੂੰ, ਤੇ ਇਸ ਕਰਕੇ ਮੈਨੂੰ ਲੱਗਿਆ ਕਿ ਇਹਦੇ ਬਾਰੇ ਅੱਜ ਗੱਲ ਕਰਨੀ, ਕਿਉਂਕਿ ਅੱਜ ਸਾਡੇ ਕੋਲ ਬਿਲਕੁਲ ਕਲੀਅਰ ਇੰਸਟਰਕਸ਼ਨਸ ਨੇ ਕਿ ਇਹ ਹੈ ਕੀ ਐਕਚੁਅਲੀ ਰੈਂਟ ਰਿਲੀਫ ਹੈ ਕੀ ਆ ਤੇ ਇਹ ਕਿੱਦਾਂ ਵਰਕਆਊਟ ਕਰਦੀ ਆ। ਜੀ ਰੈਂਟ ਰਿਲੀਫ ਉਹਨਾਂ ਵਾਸਤੇ ਹੈ ਜਿਹੜੇ ਰੈਂਟਲ ਹਾਰਡਸ਼ਿਪ ਵਿੱਚੋਂ ਅੱਜ ਜਾ ਰਹੇ ਨੇ ਕਰੋਨਾ ਵਾਇਰਸ ਦਾ ਕਰਕੇ। ਤੇ ਇੱਕ ਪੈਕੇਜ ਆ ਜਿਹੜਾ ਵਿਕਟੋਰੀਆ ਸਰਕਾਰ ਨੇ ਇਹ ਆਪਣੇ ਸਾਰੇ ਰੈਂਟਰ ਜਿਹੜੇ ਨੇ ਯਾਨੀ ਕਿ ਟੈਨੈਂਟਸ ਨੇ ਉਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਸਟੇਬਲ ਅਕੋਮੋਡੇਸ਼ਨ ਦੇਣ ਲਈ ਇਹ ਪ੍ਰੋਵਾਈਡ ਕੀਤੀ ਆ। ਜੀ 80 ਮਿਲੀਅਨ ਦੀ ਇਹ ਗ੍ਰਾਂਟ ਹੈ ਜਿਹੜੀ ਸਪੈਸ਼ਲੀ ਰੈਜ਼ੀਡੈਂਸ਼ੀਅਲ ਟੈਨੈਂਸੀ ਵਾਸਤੇ ਹੀ ਦਿੱਤੀ ਗਈ ਆ ਤੇ ਜਿਹੜੀ ਰੈਂਟ ਰਿਲੀਫ ਕਰੇਗੀ ਅਪ ਟੂ 2000 ਸਾਰੇ ਵਿਕਟੋਰੀਅਨਸ ਨੂੰ ਜਿਹੜੇ ਰੈਂਟਲ ਹਾਰਡਸ਼ਿਪ ਇਸ ਟਾਈਮ ਫੇਸ ਕਰ ਰਹੇ ਨੇ। ਜੀ ਇਹ ਵਾਲੀ ਗ੍ਰਾਂਟ ਜਿਹੜੀ ਆ ਉਹ ਡਾਇਰੈਕਟਲੀ ਏਜੰਟਸ ਨੂੰ ਤੇ ਜਾਂ ਫਿਰ ਲੈਂਡਲॉर्ड्स ਨੂੰ ਡਾਇਰੈਕਟਲੀ ਜਾਏਗੀ, ਨਾ ਕਿ ਟੈਨੈਂਟਸ ਨੂੰ ਜਾਏਗੀ ਜੀ ਇਹ ਗ੍ਰਾਂਟ। ਸਾਨੂੰ ਕਾਫੀ ਜ਼ਿਆਦਾ ਕੁਐਸਚਨਸ ਆਏ ਸੀਗੇ ਆਫਟਰ ਜਿਹੜੇ ਕੱਲ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਵੀ, ਫਿਰ ਈਵਨ ਅੱਜ ਵੀ ਮੇਰੇ ਵਰਕ ਤੇ ਕਾਫੀ ਜ਼ਿਆਦਾ ਕੁਐਸਚਨਸ ਆਏ ਤੇ ਮੈਂ ਉਹ ਕੁਐਸਚਨਸ ਦੇ ਆਨਸਰ ਵੀ ਦਊਂਗੀ ਤੇ ਆਈ ਹੋਪ ਕਿ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋ ਚੁੱਕੀ। ਜੀ ਵੈਸੇ ਜੈਸਮੀਨ ਜੀ ਇੱਕ ਜਿਹੜਾ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾ ਸਵਾਲ ਇਹ ਬਣਦਾ ਹੈ ਕਿ ਤੁਸੀਂ ਜੀ ਐਲੀਜੀਬਲ ਕਿਵੇਂ ਹੋ, ਹਨਾ, ਕਿ ਤੁਹਾਡੀ ਜੀ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਆ ਕਿ ਕਿਵੇਂ ਤੁਸੀਂ ਮਤਲਬ ਇਸ ਗ੍ਰਾਂਟ ਨੂੰ ਜਾਂ ਫਿਰ ਹਾਰਡਸ਼ਿਪ ਨੂੰ ਪ੍ਰੂਵ ਕਰ ਸਕਦੇ ਹੋ। ਜੀ ਬਿਲਕੁਲ। ਸਭ ਤੋਂ ਪਹਿਲਾਂ ਤੇ ਇਹ ਹੈ ਕਿ ਤੁਹਾਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਅਗਰ ਤੁਸੀਂ ਆਪਣਾ ਅਫੋਰਡ ਨਹੀਂ ਕਰ ਪਾ ਰਹੇ ਰੈਂਟ, ਕਿ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ 'ਚੋਂ ਜਾ ਰਹੇ ਹੋ, ਤੁਸੀਂ ਆਪਣਾ ਰੈਂਟ ਨਹੀਂ ਪੇ ਕਰ ਰਹੇ, ਤੇ ਯੂ ਮਸਟ ਕੰਟੈਕਟ ਯੂਰ ਲੈਂਡਲॉर्ड ਔਰ ਪ੍ਰੋਪਰਟੀ ਮੈਨੇਜਰ ਐਜ਼ ਸੂਨ ਐਜ਼ ਕਹਿੰਦੇ ਆਪਣਾ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ ਰੈਂਟ ਰਿਡਕਸ਼ਨ ਤੇ, ਜਾਂ ਮਤਲਬ ਆਪਣੀਆਂ ਪੇਮੈਂਟਸ ਡੈਫਰ ਕਰ ਦਿਓ। ਜੇ ਤਾਂ ਮੈਂ ਕੱਲ ਵੀ ਕਿਹਾ ਸੀਗਾ ਕਿ ਜੇ ਤਾਂ ਤੁਹਾਡਾ ਲੈਂਡਲॉर्ड ਚੰਗਾ ਆ, ਆਈ ਮੀਨ ਉਹ ਠੀਕ ਆ, ਉਹ ਫਾਈਨੈਂਸ਼ੀਅਲੀ ਠੀਕ ਆ, ਤੇ ਉਹ ਹੋ ਸਕਦਾ ਹੈ ਕਿ ਤੁਹਾਡਾ ਰੈਂਟ ਰਿਡਿਊਸ ਕਰ ਦੇ, ਬਟ ਮੋਸਟ ਆਫ ਦਾ ਜਿਹੜੇ ਲੈਂਡਲॉर्ड ਨੇ ਉਹ ਡੈਫਰ ਕਰ ਰਹੇ ਨੇ ਤੁਹਾਡੀਆਂ ਪੇਮੈਂਟਸ। ਕਿ ਮੰਨ ਲਓ ਤੁਹਾਡਾ ਰੈਂਟ ਪਰ ਵੀਕ ਹੈਗਾ 400, ਜੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਫਿਲਹਾਲ ਸਿਰਫ 200 ਪੇ ਕਰ ਸਕਦੇ ਹੋ, ਤੁਸੀਂ 200 ਪੇ ਕੀਤਾ ਤੇ ਉਹ ਤੁਹਾਨੂੰ ਕਹਿ ਰਿਹਾ ਹੈ ਕਿ ਚਲੋ ਠੀਕ ਆ ਹੁਣ 200 ਪੇ ਕਰ ਦਿਓ ਤੁਸੀਂ 2 ਮਹੀਨੇ ਆਈ ਮੀਨ 8 ਵੀਕਸ ਤੱਕ, ਬਟ 8 ਵੀਕਸ ਤੋਂ ਬਾਅਦ ਤੁਹਾਨੂੰ ਸਾਰਾ ਕੈਚਅਪ ਕਰਨਾ ਪਏਗਾ। ਉਹਦਾ ਕਰਕੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗ੍ਰਾਂਟ ਇਹ ਜਿਹੜੀ ਆ ਉਹਨੂੰ ਕੀਤਾ ਤੇ ਉਹ ਐਲੀਜੀਬਿਲਿਟੀ ਇਹਦੇ ਵਾਸਤੇ ਤੁਸੀਂ ਏਦਾਂ ਪ੍ਰੂਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੇ ਤੁਸੀਂ ਤੁਹਾਡੇ ਕੋਲ ਟੈਨੈਂਸੀ ਐਗਰੀਮੈਂਟ ਹੋਣਾ ਚਾਹੀਦਾ ਆ, ਇੱਕ ਸਾਈਨਡ ਐਗਰੀਮੈਂਟ ਹੋਣਾ ਚਾਹੀਦਾ ਜਿਹੜੇ ਤੇ ਤੁਹਾਡਾ ਬੌਂਡ ਜਿਹੜਾ ਹੈ ਵਿਕਟੋਰੀਅਨ ਰੈਜ਼ੀਡੈਂਸ਼ੀਅਲ ਟੈਨੈਂਸੀ ਬੌਂਡ ਅਥਾਰਟੀ ਦੇ ਰਾਹੀਂ ਹੋਣਾ ਚਾਹੀਦਾ, ਯਾਨੀ ਕਿ ਤੁਸੀਂ ਬੌਂਡ ਵੀ ਪੇ ਕੀਤਾ ਹੋਵੇ। ਇੱਕ ਤੁਹਾਨੂੰ ਨਾ ਜਿਹੜੇ ਵੀ ਆਪਣੇ ਟੈਨੈਂਟਸ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਬੌਂਡ ਇੱਕ ਤੁਹਾਨੂੰ ਇੱਕ ਰਿਸਿਪਟ ਆਉਂਦੀ ਹੁੰਦੀ ਹੈ, ਅਫਕੋਰਸ ਸਭ ਨੇ ਬੌਂਡ ਪੇ ਕੀਤਾ ਹੁੰਦਾ ਆ, ਬਟ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਪ੍ਰਾਈਵੇਟਲੀ ਰੈਂਟ ਕੀਤਾ, ਤੁਸੀਂ ਬੌਂਡ ਨਹੀਂ ਲਿਆ ਜਾਂ ਕਿਸ ਤੁਹਾਡੇ ਲੈਂਡਲॉर्ड ਨੇ ਲੈ ਲਿਆ, ਦੈਨ ਆਈ ਡਾਊਟ ਕਿ ਤੁਸੀਂ ਐਲੀਜੀਬਲ ਹੋ। ਇਸ ਕਰਕੇ ਉਹ ਬੌਂਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਦੂਸਰੀ ਗੱਲ ਜਿਵੇਂ ਮੈਂ ਕਿਹਾ ਹੈ ਕਿ ਇਹਦੀ ਇੱਕ ਸ਼ਰਤ ਆ ਕਿ ਤੁਸੀਂ ਆਪਣੇ ਟੈਨੈਂਟ, ਆਪਣੇ ਲੈਂਡਲॉर्ड ਜਾਂ ਆਪਣੇ ਪ੍ਰੋਪਰਟੀ ਮੈਨੇਜਰ ਨਾਲ ਇੱਕ ਰਿਵਾਈਜ਼ਡ ਕੰਟਰੈਕਟ ਸਾਈਨ ਕਰਨਾ ਆ, ਵਿਚ ਮੀਨਸ ਕਿ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਸਾਨੂੰ ਮਤਲਬ ਉਹ ਤੁਹਾਡੇ ਨਾਲ ਐਗਰੀ ਕਰਦੇ ਆ ਕਿ ਮੰਨ ਲਓ ਜੇ 400 ਰੈਂਟ ਹੈ ਤੇ 200 ਤੁਸੀਂ ਹੁਣ ਪੇ ਕਰ ਦਿਓ। ਤੁਹਾਨੂੰ ਇਹੋ ਜਿਹਾ ਉਹਨਾਂ ਨਾਲ ਨੈਗੋਸ਼ੀਏਟ ਕਰਨਾ ਆ, ਭਾਵੇਂ ਉਹ $10 ਲਈ ਹੋਏ, ਭਾਵੇਂ $20 ਲਈ ਹੋਏ, ਭਾਵੇਂ 50% ਹੋਏ, ਭਾਵੇਂ 30% ਹੋਏ, ਡਿਪੈਂਡ ਕਿ ਤੁਹਾਡੇ ਲੈਂਡਲॉर्ड ਕਿੰਨੇ ਤੇ ਐਗਰੀ ਕਰਦਾ ਆ। ਜੀ ਤੁਹਾਨੂੰ ਉਹ ਕੰਟਰੈਕਟ ਉਹ ਸਾਈਨ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ, ਉਹ ਵਾਲਾ ਐਗਰੀਮੈਂਟ ਤੁਸੀਂ ਆਪਣੇ ਮਤਲਬ ਉਹ ਰਿਟਨ 'ਚ ਹੋਣਾ ਚਾਹੀਦਾ ਆ ਕਿ ਜਦੋਂ ਤੁਹਾਨੂੰ ਐਗਰੀਮੈਂਟ ਮਿਲ ਜਾਂਦਾ ਆ ਨਵਾਂ, ਕਿ ਤੁਹਾਡਾ ਲੈਂਡਲॉर्ड ਵੀ ਐਗਰੀ ਕਰ ਜਾਂਦਾ ਕਿ ਅਸੀਂ ਰੈਂਟ ਰਿਡਿਊਸ ਕਰਦੇ ਨੇ, ਉਹ ਸਾਡਾ ਫਸਟ ਸਟੈਪ ਆ। ਜਦੋਂ ਤੁਹਾਨੂੰ ਮਿਲ ਜਾਂਦਾ ਤੇ ਤੁਸੀਂ ਨਾਲ ਦੀ ਨਾਲ ਉਹ ਤੁਸੀਂ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੂੰ ਉਹ ਤੁਸੀਂ ਆਪਣਾ ਐਗਰੀਮੈਂਟ ਭੇਜ ਦੇਣਾ ਆ। ਉਸ ਤੋਂ ਬਾਅਦ ਅਗਰ ਬਾਈ ਚਾਂਸ ਤੁਹਾਡਾ ਲੈਂਡਲॉर्ड ਜਾਂ ਪ੍ਰੋਪਰਟੀ ਮੈਨੇਜਰ ਨਹੀਂ ਐਗਰੀ ਕਰਦੀ ਕਿ ਅਸੀਂ ਰੈਂਟ ਨਹੀਂ ਰਿਡਿਊਸ ਕਰਨਾ, ਫਿਰ ਤੁਹਾਨੂੰ ਕੰਜ਼ਿਊਮਰ ਅਫੇਅਰਸ ਵਿਕਟੋਰੀਆ ਨੂੰ ਇਨਵੋਲਵ ਕਰਨਾ ਪੈਣਾ ਹੈ ਤੇ ਉਹ ਤੁਹਾਡੇ ਵਾਸਤੇ ਕੰਮ ਕਰਨਗੇ ਤੁਹਾਡੇ ਬਿਹਾਫ ਤੇ, ਉਹ ਤੁਹਾਡੇ ਲੈਂਡਲॉर्ड ਨਾਲ ਜਾਂ ਤੁਹਾਡੇ ਪ੍ਰੋਪਰਟੀ ਮੈਨੇਜਰ ਨਾਲ ਨੈਗੋਸ਼ੀਏਟ ਕਰਨਗੇ। ਬਾਈ ਚਾਂਸ ਇਹ ਦੋ ਚੀਜ਼ਾਂ ਨੇ ਕਿ ਇਹ ਦੋ ਚੀਜ਼ਾਂ ਤੁਸੀਂ ਪ੍ਰੂਵ ਕਰਨੀਆਂ। ਥਰਡ ਹੈ ਕਿ ਬਾਈ ਚਾਂਸ ਤੁਸੀਂ ਇਹਨਾਂ ਦੋਨਾਂ ਚੋਂ ਕੁਛ ਵੀ ਨਹੀਂ ਹੋ ਪਾਉਂਦਾ, ਐਟ ਦ ਐਂਡ ਯੂ ਐਂਡ ਅਪ ਇਨ ਵੀਕਐਟ। ਤੁਹਾਨੂੰ ਅਗਰ ਵੀਕਐਟ ਜਾਣਾ ਪੈਂਦਾ ਐਟ ਦ ਐਂਡ ਕਿ ਤੁਸੀਂ ਹਾਰਡਸ਼ਿਪ ਫਾਲੋ ਕਰ ਰਹੇ ਹੋ, ਤੁਹਾਨੂੰ ਕੋਈ ਹੈਲਪ ਨਹੀਂ ਕਰ ਰਿਹਾ ਤੇ ਤੁਹਾਨੂੰ ਵੀਕਐਟ ਜਾਣਾ ਪੈ ਗਿਆ, ਫਿਰ ਉਹ ਵੀਕਐਟ ਦਾ ਡਿਸੀਜ਼ਨ ਹੋਊਗਾ ਕਿ ਤੁਹਾਨੂੰ ਗ੍ਰਾਂਟ ਮਿਲਣੀ ਆ ਜਾਂ ਨਹੀਂ ਮਿਲਣੀ। ਦੈਟ ਇਜ਼ ਥਰਡ ਥਿੰਗ। ਪਰ ਜੇ ਬਾਈ ਚਾਂਸ ਤੁਹਾਡੇ ਕੋਲ ਹੋ ਜਾਂਦਾ ਹੈ ਕਿ ਤੁਹਾਡਾ ਲੈਂਡਲॉर्ड ਜਾਂ ਪ੍ਰੋਪਰਟੀ ਮੈਨੇਜਰ ਐਗਰੀ ਕਰ ਜਾਂਦੇ ਆ, ਤੁਹਾਨੂੰ ਇੱਕ ਨਵਾਂ ਕੰਟਰੈਕਟ ਮਿਲ ਜਾਂਦਾ ਹੈ, ਰਿਟਨ 'ਚ ਐਗਰੀਮੈਂਟ ਮਿਲ ਜਾਂਦਾ ਆ,
ਬੇਸ਼ੱਕ ਉਹ 3 ਮਹੀਨਿਆਂ ਦਾ ਜਾਂ 6 ਮਹੀਨਿਆਂ ਦਾ ਆ, ਤੇ ਜਾਂ ਫਿਰ ਕੰਜ਼ਿਊਮਰ ਅਫੇਅਰ ਵਿਕਟੋਰੀਆ ਜਿਹੜੀ ਆ ਉਹ ਇਨਵੋਲਵ ਆ ਤੁਹਾਡੇ ਵਿੱਚ। ਇਹ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਉਹ ਗ੍ਰਾਂਟ ਵਾਲੇ ਇਹ ਚੈੱਕ ਕਰਨਗੇ ਕਿ ਤੁਹਾਡੀ ਸੇਵਿੰਗ 'ਚ 5000 ਤੋਂ ਲੈਸ ਮਨੀ ਹੋਣੀ ਚਾਹੀਦੀ ਆ। ਜੀ ਤੁਹਾਨੂੰ ਪ੍ਰੂਵ ਕਰਨਾ ਪਏਗਾ ਕਿ ਤੁਹਾਡੇ ਕੋਲੇ ਸੇਵਿੰਗ ਨਹੀਂ ਹੈਗੀ ਇਨਫ, ਤੁਹਾਡੇ ਕੋਲ ਲੈਸ ਦੈਨ 5000 ਆ। ਤੇ ਜਿਹੜਾ ਤੁਸੀਂ ਆਪਣਾ ਰੈਂਟ ਪੇ ਕਰ ਰਹੇ ਹੋ, ਮੰਨ ਲਓ ਵੀਕਲੀ ਤੁਹਾਡੀ ਇਨਕਮ ਆ, ਉਹਦਾ ਤੁਸੀਂ 30% ਜਿਹੜਾ ਰੈਂਟ ਆ ਉਹ ਆਪਣੀ ਇਨਕਮ ਦਾ 30% ਹਿੱਸਾ ਉਹ ਰੈਂਟ 'ਚ ਪੇ ਕਰ ਰਹੇ ਹੋ। ਜੀ ਇਹ ਤੁਹਾਨੂੰ ਪ੍ਰੂਫ ਕਰਨਾ ਪਏਗਾ। ਤੇ ਜਿਹੜੀ ਤੁਹਾਡੀ ਹਾਊਸ ਹੋਲਡ ਇਨਕਮ ਬਣੇ ਸੀ ਕਿ ਸਾਰਿਆਂ ਦੀ ਇਨਕਮ ਟੋਟਲ ਮਿਲਾ ਕੇ $1903 ਪਰ ਵੀਕ ਹੋਣੀ ਚਾਹੀਦੀ ਹੈ, ਲੈਸ ਦੈਨ $1903 ਪਰ ਵੀਕ, ਯਾਨੀ ਕਿ $1900 ਤੋਂ ਘੱਟ ਤੁਹਾਡੀ ਇਨਕਮ ਹੋਣੀ ਚਾਹੀਦੀ ਆ ਇਹਨੂੰ ਐਲੀਜੀਬਲ ਕਰਨ ਵਾਸਤੇ। ਤੁਹਾਡੀ ਸੇਵਿੰਗ ਵਿੱਚ $5000 ਤੋਂ ਘੱਟ ਦੀ ਸੇਵਿੰਗ ਹੋਣੀ ਚਾਹੀਦੀ ਆ, ਤੇ 30% ਹਿੱਸਾ ਜਿਹੜਾ ਤੁਸੀਂ ਆਪਣੀ ਇਨਕਮ ਦਾ ਰੈਂਟ 'ਚ ਪੇ ਕਰ ਰਹੇ ਹੋਵੋ। ਤੇ ਜਿਹੜੀ ਲਾਸਟ ਥਿੰਗ, ਜਿਹੜੀ ਮੈਂ ਸਭ ਤੋਂ ਪਹਿਲੀ ਥਿੰਗ ਸੀ ਉਹ ਕਿ ਕੰਜ਼ਿਊਮਰ ਅਫੇਅਰ ਵਿਕਟੋਰੀਆ ਜਾਂ ਤੁਸੀਂ ਆਪਣੇ ਪ੍ਰਾਪਰਟੀ ਮੈਨੇਜਰ ਤੋਂ ਤੁਸੀਂ ਉਹ ਰਿਵਾਈਜ਼ਡ ਕੰਟਰੈਕਟ ਲੈਂਦੇ ਹੋ। ਇਹ ਸ਼ਰਤਾਂ ਨੇ। ਇੱਥੇ ਜ਼ਰੂਰ ਮੈਂ ਇੱਕ ਸ਼ਰਤ ਜਿਹੜੀ ਤੁਸੀਂ ਦੱਸ ਰਹੇ ਹੋ, ਜਿਵੇਂ $1903 ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ $1903 ਪੂਰੇ ਪਰਿਵਾਰ ਦੀ ਇਨਕਮ ਆ। ਕੀ ਇਹ ਵੀਕਲੀ ਇਨਕਮ ਆ ਜਾਂ ਵੀਕਲੀ ਇਨਕਮ ਆ ਜਾਂ ਫੋਰਟਨਾਈਟਲੀ ਇਨਕਮ ਆ? ਵੀਕਲੀ ਇਨਕਮ। ਅੱਛਾ ਜੀ ਜੀ, ਓਕੇ। ਇਹ ਵੀਕਲੀ ਇਨਕਮ ਹੋਣੀ ਚਾਹੀਦੀ ਤੁਹਾਡੇ ਪੂਰੇ ਪਰਿਵਾਰ ਦੀ, ਮਤਲਬ ਇਹ ਤੋਂ ਘੱਟ ਹੋਣੀ ਚਾਹੀਦੀ। ਤੁਸੀਂ ਇਹ ਤੋਂ ਘੱਟ ਹੋਵੇ ਇਨਕਮ। ਹਾਂਜੀ, ਜੇ ਇਸ ਤੋਂ ਵੱਧ ਹੁੰਦੀ ਹੈ ਤੇ ਫਿਰ ਤੁਸੀਂ ਇਸ ਗ੍ਰਾਂਟ ਵਾਸਤੇ ਐਲੀਜੀਬਲ ਨਹੀਂ ਹੋ। ਤੇ ਜੇ 5000 ਤੋਂ ਤੁਹਾਡੇ ਕੋਲੇ ਸੇਵਿੰਗ 'ਚ ਵੱਧ ਆ, ਤੁਸੀਂ ਤਾਂ ਵੀ ਐਲੀਜੀਬਲ ਨਹੀਂ ਹੋ ਜੀ। ਇਹ ਨੇ ਕਿ ਜਿਹੜੇ ਕਿਹੜੇ ਲੋਕ ਨੇ ਜਿਹੜੇ ਐਲੀਜੀਬਲ ਹੋ ਸਕਦੇ ਆ ਗ੍ਰਾਂਟ ਵਾਸਤੇ ਜੀ। ਫਿਰ ਇਹ ਗ੍ਰਾਂਟ ਕੰਮ ਕਿਵੇਂ ਕਰਦੀ ਆ? ਇਹ ਗ੍ਰਾਂਟ ਜਿਹੜੀ ਆ ਤੁਹਾਨੂੰ ਆਏਗੀ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਵਿਕਟੋਰੀਆ ਵੱਲੋਂ। ਇਹ ਤੁਹਾਨੂੰ ਸੈਂਟਰਲਿੰਕ ਜਾਂ ਹੋਰ ਕਿਸੇ ਇਹ ਆਏਗੀ ਤੁਹਾਨੂੰ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਵਿਕਟੋਰੀਆ ਵੱਲੋਂ। ਤੇ ਇਸ ਕਰਕੇ ਤੁਸੀਂ ਆਪਣੇ ਸਟੈਪਸ ਪ੍ਰੋਪਰ ਰੱਖਣੇ ਕਿ ਤੁਸੀਂ ਆਪਣੇ ਰੀਅਲ ਏਸਟੇਟ ਨਾਲ ਨਵਾਂ ਕੰਟਰੈਕਟ ਨੈਗੋਸ਼ੀਏਟ ਕਰਨਾ ਆ ਤੇ ਉਹ ਕੰਟਰੈਕਟ ਤੁਸੀਂ ਭੇਜਣਾ। ਇਹ ਸਾਰਾ ਵਰਕ ਜਿਹੜਾ ਕਰੂਗਾ ਕੰਜ਼ਿਊਮਰ ਅਫੇਅਰ ਵਿਕਟੋਰੀਆ ਦੇ ਰਾਹੀਂ ਹੀ ਵਰਕ ਕਰੂਗਾ। ਇਸ ਕਰਕੇ ਤੁਸੀਂ ਮੇਕ ਸ਼ੋਰ ਕਰੋ ਕਿ ਸਭ ਤੋਂ ਪਹਿਲਾ ਕੰਮ ਤੁਸੀਂ ਆਪਣੇ ਲੈਂਡਲੋਰਡ ਨਾਲ ਜਾਂ ਆਪਣੇ ਪ੍ਰਾਪਰਟੀ ਮੈਨੇਜਰ ਨਾਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ। ਜਿੱਦਾਂ ਹੀ ਨੈਗੋਸ਼ੀਏਟ ਕਰ ਲੈਂਦੇ ਹੋ ਤੇ ਉਹਨਾਂ ਤੋਂ ਨਵਾਂ ਐਗਰੀਮੈਂਟ ਲੈ ਕੇ ਤੁਸੀਂ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੂੰ ਭੇਜ ਦੇਣਾ। ਬਾਈ ਚਾਂਸ ਤੁਸੀਂ ਅਨਏਬਲ ਹੋ, ਤੁਸੀਂ ਨਹੀਂ ਕਰ ਪਾ ਰਹੇ, ਯੂ ਹੈਵ ਟਰਾਈਡ ਯੂਰ ਬੈਸਟ, ਤੇ ਤੁਸੀਂ ਨਾਲ ਹੀ ਫਿਰ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੂੰ ਇੱਕ ਈਮੇਲ ਲਿਖਣੀ ਹੈ ਤੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਕਿ ਉਹ ਤੁਹਾਡੀ ਇਹਦੇ ਵਿੱਚ ਹੈਲਪ ਕਰਨ। ਜੇ ਮੈਂ ਜਿਹਨੂੰ ਅਸੀਂ ਬੋਲਦੇ ਇਹ ਸਿਰਫ ਉਹਨਾਂ ਨੂੰ ਮਿਲਦੀ ਹੈ ਜਿਹੜੇ ਰੈਂਟਲ ਹਾਰਡਸ਼ਿਪ ਫੇਸ ਕਰ ਰਹੇ ਆ ਇਸ ਟਾਈਮ। ਰੈਂਟਲ ਹਾਰਡਸ਼ਿਪ ਆਈ ਐਕਸਪਲੇਨ ਕਿ ਰੈਂਟਲ ਹਾਰਡਸ਼ਿਪ ਇੱਕ ਉਹ ਸਿਚੁਏਸ਼ਨ ਆ ਜਿੱਥੇ ਰੈਂਟ ਜਿਹੜਾ ਟੈਨੈਂਟ ਆ ਆਪਣੀ ਜਿਹੜੀ ਇਨਕਮ ਆ ਉਹਦਾ 30% ਹਿੱਸਾ ਜਿਹੜਾ ਉਹ ਰੈਂਟ 'ਚ ਜਾ ਰਿਹਾ ਆ ਤੇ ਉਹਨੂੰ ਰੈਂਟਲ ਹਾਰਡਸ਼ਿਪ ਕਹਿੰਦੇ ਕਿ ਜੇ ਉਹ ਉਹਨਾਂ ਵੀ ਮੈਨੇਜ ਨਹੀਂ ਕਰ ਪਾ ਰਿਹਾ। ਫਿਰ ਇੱਕ ਹੋਰ ਸਵਾਲ ਆ ਜਾਂਦਾ ਹੈ ਕਿ ਜੇ ਤੁਸੀਂ ਜ਼ਿਆਦਾ ਜਾਣੇ ਹੋ ਘਰ ਵਿੱਚ, ਤੁਸੀਂ ਘਰ ਸ਼ੇਅਰ ਕਰ ਰਹੇ ਹੋ, ਤੁਸੀਂ ਇੱਕ ਸ਼ੇਅਰਡ ਅਕੋਮੋਡੇਸ਼ਨ ਵਿੱਚ ਰਹਿ ਰਹੇ ਹੋ ਤੇ ਉਹਨਾਂ ਚੋਂ ਇੱਕ ਜਾਣਾ ਕੋਈ ਇਹੋ ਜਿਹਾ ਵਾ ਜਿਹੜਾ ਕਹਿ ਰਿਹਾ ਕਿ ਮੈਂ ਰੈਂਟ ਨਹੀਂ ਪੇ ਕਰ ਸਕਦਾ ਤੇ ਉਹਨਾਂ ਦਾ ਇਹ ਕੁਐਸਚਨ ਹੈ ਕਿ ਉਹ ਇਸ ਗ੍ਰਾਂਟ ਲਈ ਐਲੀਜੀਬਲ ਨੇ। ਬਿਲਕੁਲ ਉਹ ਵੀ ਇਸ ਗ੍ਰਾਂਟ ਲਈ ਐਲੀਜੀਬਲ ਨੇ, ਬਟ ਉਹਦੇ ਵਾਸਤੇ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਜਿਹੜਾ ਲੀਜ਼ ਕੰਟਰੈਕਟ ਆ ਉਹਦੇ ਤੇ ਤੁਹਾਡਾ ਨਾਮ ਹੋਣਾ ਬਹੁਤ ਜ਼ਰੂਰੀ ਆ ਜੀ। ਅਗਰ ਤੁਹਾਡਾ ਉਹਦੇ ਤੇ ਨਾਮ ਹੈਗਾ ਹੈ ਤੇ ਤੁਸੀਂ ਇਹ ਪ੍ਰੂਫ ਕਰਨਾ ਹੈ ਕਿ ਤੁਸੀਂ ਉਹਦੇ ਵਿੱਚ ਤੁਹਾਡਾ ਕਿੰਨਾ ਹਿੱਸਾ ਹੈ। ਮੰਨ ਲਓ 3 ਜਾਣੇ ਜਾਂ 4 ਜਾਣੇ ਆ $2000 ਪਰ ਮੰਥ ਦੇ ਰਿਹਾ ਤੇ ਤੁਸੀਂ ਇਹ ਪ੍ਰੂਫ ਕਰਨਾ ਹੈ ਕਿ ਮੇਰਾ ਨਾਮ ਲੀਜ਼ ਤੇ ਹੈਗਾ ਤੇ $500 ਜਿਹੜਾ ਉਹ ਮੈਂ ਪਰ ਮੰਥ ਦੇ ਰਿਹਾ ਆ। ਤੇ ਉਹਦੇ ਅਕੋਰਡਿੰਗ ਉਹ ਜਿਹੜੀ ਆ ਉਹ ਤੁਹਾਡੇ ਪਰਸਨਲੀ ਉਹਦੇ ਬੇਸ ਤੇ ਹੀ ਉਹ ਕੈਲਕੂਲੇਟ ਕਰਨਗੇ। ਇਸ ਕਰਕੇ ਤੁਸੀਂ ਵੀ ਐਲੀਜੀਬਲ ਹੋ, ਬਟ ਤੁਹਾਨੂੰ ਆਪਣੀ ਐਲੀਜੀਬਿਲਿਟੀ ਉਹ ਦਿਖਾਉਣੀ ਪਏਗੀ ਜੀ। ਇੱਕ ਹੋਰ ਬੜਾ ਸਾਰਿਆਂ ਦਾ ਸਵਾਲ ਹੈ ਜਿਵੇਂ ਕਿਹਾ ਕਿ ਮੈਂ ਮਤਲਬ ਕਿ ਆਪਣਾ ਰੈਂਟ ਪੇ ਕਰਨਾ ਬੰਦ ਕਰ ਸਕਦਾ ਹਾਂ। ਹਾਈਲੀ ਰਿਕਮੈਂਡ ਨੋ, ਨਾਟ ਐਟ ਆਲ। ਇਹ ਕੋਈ ਵੀ ਗਲਤੀ ਨਾ ਕਰਨਾ ਕਿ ਤੁਸੀਂ ਆਪਣਾ ਰੈਂਟ, ਜਿੱਦਾਂ ਮੈਂ ਸਟਾਰਟਿੰਗ 'ਚ ਵੀ ਅਸੀਂ ਕਿਹਾ ਸੀ, ਭਾਵੇਂ ਥੋੜਾ ਹੀ ਪੇ ਕਰੋ, ਕੀਪ ਪੇਇੰਗ ਯੋਰ ਰੈਂਟ, ਕਿਉਂਕਿ ਉਹ ਤੁਹਾਨੂੰ ਪ੍ਰੂਫ ਕਰੇਗਾ ਕਿ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ ਨਾ ਆਪਣਾ ਉਹ ਬਚਾਉਣ ਲਈ। ਕਿਉਂਕਿ ਜੇ ਤੁਸੀਂ ਰੈਂਟ ਨਹੀਂ ਪੇ ਕਰਦੇ ਤੁਸੀਂ ਟੈਨੈਂਸੀ ਐਗਰੀਮੈਂਟ ਆ ਉਹਨੂੰ ਬ੍ਰੀਚ ਕਰ ਰਹੇ ਹੋ। ਇਸ ਕਰਕੇ ਉਹ ਬ੍ਰੀਚਸ ਬਿਲਕੁਲ ਨਾ, ਕਿਉਂਕਿ ਤੁਹਾਡੇ ਲੈਂਡਲੋਰਡ ਜਾਂ ਤੁਹਾਡਾ ਪ੍ਰਾਪਰਟੀ ਮੈਨੇਜਰ ਤੁਹਾਨੂੰ ਬ੍ਰੀਚਸ ਨੋਟਿਸ ਜਿਹੜੇ ਆ ਸੈਂਡ ਕਰ ਸਕਦਾ ਜਿਹੜਾ ਇਨ ਫਿਊਚਰ ਤੁਹਾਡੀ ਰੈਂਟਲ ਹਿਸਟਰੀ ਤੇ ਅਫੈਕਟ ਪਾਏਗਾ। ਇਸ ਕਰਕੇ ਆਪਣਾ ਰੈਂਟ ਬਿਲਕੁਲ ਬੰਦ ਨਾ ਕਰੋ। ਜਿੰਨਾ ਵੀ ਤੁਸੀਂ ਪੇ ਕਰ ਸਕਦੇ ਹੋ ਕੰਟੀਨਿਊ ਟੂ ਪੇ ਦੈਟ। ਤੇ ਸਭ ਤੋਂ ਜਿਹੜੀ ਮੈਂ ਹਮੇਸ਼ਾ ਇਹ ਗੱਲ ਕਹਿ ਰਹੀ ਹਾਂ ਬਾਰ-ਬਾਰ ਕਿ ਆਪਣੇ ਪ੍ਰਾਪਰਟੀ ਮੈਨੇਜਰ ਨਾਲ ਤੇ ਆਪਣੇ ਲੈਂਡਲੋਰਡ ਨਾਲ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ ਜੀ। ਜੈਸਮੀਨ ਜੀ ਕੁਝ ਸਵਾਲ ਵੀ ਆਏ ਨੇ, ਪਰ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਜਾਣਕਾਰੀ ਜਿਹੜੀ ਉਹ ਸਾਰੀ ਦੇ ਦਿਓ ਜੀ।
हाँ जी, जी, जी। ਉਸ ਤੋਂ ਬਾਅਦ ਇਹ ਹੈ ਕਿ ਇਹ ਵੀ ਪੁੱਛਿਆ ਜਾਂਦਾ ਹੈ ਕਿ ਜੇ ਮੈਨੂੰ ਮਤਲਬ ਜੇ ਤੁਸੀਂ ਇਹ ਤੁਹਾਨੂੰ ਪਤਾ ਨਹੀਂ ਹੈ ਨਾ ਕਿ ਤੁਸੀਂ ਆਪਣੇ ਮਤਲਬ ਤੁਸੀਂ ਆਪਣੇ ਲੈਂਡਲੌਰਡ ਨੂੰ ਜਾਂ ਏਜੰਟ ਨੂੰ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਕੀ ਰਾਈਟਸ ਨੇ, ਤੁਸੀਂ ਕੰਜ਼ਿਊਮਰ ਅਫੇਅਰ ਵਿਕਟੋਰੀਆ ਦੇ ਪੇਜ ਤੇ ਜਾ ਸਕਦੇ ਹੋ। ਉੱਥੇ ਇੱਕ ਲਿੰਕ ਹੋਏਗਾ ਕੋਰੋਨਾ ਵਾਇਰਸ ਕੋਵਿਡ-19 ਐਂਡ ਯੂਅਰ ਰਾਈਟ ਪੇਜ। ਬਹੁਤ ਇੰਪੋਰਟੈਂਟ ਹੈ ਕਿ ਤੁਹਾਨੂੰ ਆਪਣੇ ਰਾਈਟਸ ਵੀ ਪਤਾ ਹੋਣੇ ਚਾਹੀਦੇ ਆ, ਤੁਹਾਨੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਵੀ ਪਤਾ ਹੋਣੀ ਚਾਹੀਦੀਆਂ ਤੇ ਇਸ ਕਰਕੇ ਪਹਿਲਾਂ ਦੇਖ ਲਓ ਕਿ ਤੁਸੀਂ ਤੁਹਾਡੇ ਉਹ ਰਾਈਟਸ ਹੈਗੇ ਨੇ ਬਿਫੋਰ ਯੂ ਕੰਟੈਕਟ ਯੂਅਰ ਏਜੰਟ ਇਵਨ। ਕੋਰੋਨਾ ਵਾਇਰਸ ਕੋਵਿਡ-19 ਐਂਡ ਯੂਅਰ ਰਾਈਟਸ ਪੇਜ, ਇਹ ਵਾਲਾ ਲਿੰਕ ਜਿਹੜਾ ਤੁਸੀਂ ਕੰਜ਼ਿਊਮਰ ਅਫੇਅਰ ਵਿਕਟੋਰੀਆ ਦੇ ਪੇਜ ਤੇ ਜਾ ਕੇ ਕਲਿੱਕ ਕਰਨਾ, ਜਿੱਥੇ ਤੁਹਾਨੂੰ ਪਤਾ ਚੱਲ ਜਾਏਗਾ। ਅਗੇਨ ਇੱਕ ਹੋਰ ਕੁਐਸਚਨ ਹੈ ਕਿ ਜੇ ਬਾਈ ਚਾਂਸ ਮੈਂ ਐਗਰੀਮੈਂਟ ਤੇ ਨਹੀਂ ਪਹੁੰਚ ਪਾਉਂਦਾ, ਮੇਰਾ ਲੈਂਡਲੌਰਡ ਨਹੀਂ ਐਗਰੀ ਕਰਦਾ, ਅਗੇਨ ਆਈ ਰਿਪੀਟ ਕਿ ਤੁਸੀਂ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੂੰ ਕੰਟੈਕਟ ਕਰਨਾ ਹੈ ਜੇ ਤੁਸੀਂ ਕਿਸੇ ਐਗਰੀਮੈਂਟ ਤੇ ਨਹੀਂ ਪਹੁੰਚ ਪਾਉਂਦੇ, ਕਿਉਂਕਿ ਇਹ ਗ੍ਰਾਂਟ ਵਾਸਤੇ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ। ਆਈਦਰ ਤੁਸੀਂ ਆਪਣੇ ਲੈਂਡਲੌਰਡ ਨਾਲ ਡਾਇਰੈਕਟਲੀ ਨੈਗੋਸ਼ੀਏਟ ਕਰ ਲਓ ਜਾਂ ਫਿਰ ਕੰਜ਼ਿਊਮਰ ਅਫੇਅਰ ਵਿਕਟੋਰੀਆ ਨੂੰ ਵਿੱਚ ਇਨਵੋਲਵ ਕਰਕੇ ਫਿਰ ਤੁਸੀਂ ਕਰ ਲਿਓ, ਕਿਉਂਕਿ ਐਲੀਜੀਬਿਲਿਟੀ ਵਾਸਤੇ ਇਹ ਦੋਨਾਂ ਚੋਂ ਇੱਕ ਚੀਜ਼ ਹੋਣੀ ਬਹੁਤ ਜ਼ਰੂਰੀ ਆ। ਇੱਕ ਲੈਂਡਲੌਰਡ ਦਾ ਸਵਾਲ ਸੀਗਾ ਕਿ ਇਹਦਾ ਮਤਲਬ ਹੀ ਸੈਡ ਕਿ ਮੈਂ ਇੱਕ ਲੈਂਡਲੌਰਡ ਹਾਂ, ਕਿ ਡਸ ਇਟ ਮੀਨ ਕਿ ਮੈਨੂੰ ਰੈਂਟ ਰਿਡਕਸ਼ਨ ਵਾਸਤੇ ਜਾਂ ਮੇਰੇ ਟੈਨੈਂਟ ਵਾਸਤੇ ਮੈਂ ਐਗਰੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਦਾਂ ਕਰ ਸਕਦਾ ਹਾਂ? ਆਈ ਵਿਲ ਹਾਈਲੀ ਸੇ ਨੋ। ਤੁਸੀਂ ਜੇ ਲੈਂਡਲੌਰਡ ਹੋ ਤੇ ਬਿਲਕੁਲ ਗੁੱਡ ਫੇਥ ਜਿਹੜਾ ਤੁਹਾਡਾ ਟੈਨੈਂਟਸ ਵਿੱਚ ਹੋਣਾ ਚਾਹੀਦਾ ਤੇ ਔਰ ਇਸ ਟਾਈਮ ਜਿਹੜੇ ਸਿਚੁਏਸ਼ਨਸ ਚੱਲ ਰਹੀਆਂ ਨੇ ਹਰ ਕੋਈ ਹੈਲਪ ਵਾਸਤੇ ਅੱਗੇ ਆ ਰਿਹਾ ਹੈ ਤੇ ਆਈ ਵਿਲ ਹਾਈਲੀ ਰეკਮੈਂਡ ਕਿ ਜੇ ਤੁਹਾਡੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਨੇ ਤੁਸੀਂ ਇੱਕ ਲੈਂਡਲੌਰਡ ਤੇ ਜ਼ਰੂਰ ਨੈਗੋਸ਼ੀਏਟ ਕਰੋ ਇਸ ਟਾਈਮ ਤੇ, ਤਾਂ ਕਿ ਕਿਉਂਕਿ ਜੇ ਤੁਸੀਂ ਨੈਗੋਸ਼ੀਏਟ ਕਰਦੇ ਹੋ ਤੇ ਤੁਹਾਡੇ ਜਿਹੜੇ ਟੈਨੈਂਟਸ ਆ ਉਹ ਹੋ ਸਕਦਾ ਹੈ ਕਿ ਰੈਂਟ ਰਿਲੀਫ ਲਈ ਐਲੀਜੀਬਲ ਹੋ ਜਾਣ ਜੀ। ਅਗਰ ਉਹ ਐਲੀਜੀਬਲ ਹੋ ਜਾਂਦੇ ਆ ਤੇ ਉਹ ਐਲੀਜੀਬਿਲਿਟੀ ਇਦਾਂ ਵਰਕ ਕਰੂਗੀ ਕਿ ਉਹ ਕੈਲਕੂਲੇਟ ਕਰਨਗੇ ਕਿ ਜਿਹੜਾ ਲੈਂਡਲੌਰਡ ਆ ਉਹਨੂੰ ਕਿੰਨਾ ਘਾਟਾ ਪੈ ਰਿਹਾ ਆ ਇਸ ਰੈਂਟ ਰਿਡਕਸ਼ਨ ਦਾ ਕਰਕੇ। ਕਿਉਂਕਿ ਇੱਥੇ ਮੈਂ ਕੱਲ ਵੀ ਇੱਕ ਚੀਜ਼ ਮੈਂਸ਼ਨ ਕੀਤੀ ਸੀ, ਬਿਕਾਜ਼ ਇਹ ਕੁਐਸਚਨ ਇੱਕ ਲੈਂਡਲੌਰਡ ਵੱਲੋਂ ਆਇਆ ਤੇ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਆਈ ਕੈਨ ਕੰਪਲੀਟਲੀ ਅੰਡਰਸਟੈਂਡ ਵੇਅਰ ਦੇ ਆਰ ਕਮਿੰਗ ਫਰੋਮ। ਕਿਉਂਕਿ ਲੈਂਡਲੌਰਡ ਜੇ ਤੁਹਾਡਾ ਬਾਈ ਚਾਂਸ ਤੁਹਾਡੀ ਉਹ ਰੈਂਟ ਘੱਟ ਕਰਦੇ ਆ ਨਾ ਵੋਲੰਟੀਅਰ ਆ ਕੇ, ਤੇ ਉਹ ਆਪਣੀ ਇੰਸ਼ੋਰੈਂਸ ਵੋਇਡ ਕਰ ਰਹੀ ਆ, ਉਹਨਾਂ ਦੀ ਇੰਸ਼ੋਰੈਂਸ ਵੋਇਡ ਹੋ ਰਹੀ ਆ। ਯਾਨੀ ਕਿ ਉਹ ਜੋ ਅਸੀਂ ਇੰਸ਼ੋਰੈਂਸ ਕਰਦੇ ਉਹਦਾ ਮਤਲਬ ਇਹ ਹੁੰਦਾ ਉਹਨਾਂ ਨੂੰ ਐਗਰੀਮੈਂਟ ਦਿੱਤਾ ਹੁੰਦਾ ਕਿ ਇੰਨਾ ਐਗਰੀਮੈਂਟ ਹੈ ਇੰਨਾ ਰੈਂਟ ਪੇ ਕਰੂਗਾ। ਜੇ ਉਹਨਾਂ ਚੋਂ ਇੱਕ ਵੀ ਕਲੌਜ਼ ਵੋਇਡ ਹੋ ਜਾਂਦੀ ਹੈ, ਐਂਡ ਵੀ ਆਲ ਨੋ ਕਿ ਇੰਸ਼ੋਰੈਂਸਸ ਕਿਵੇਂ ਵਰਕ ਕਰਦੀਆਂ ਨੇ, ਹਨਾ, ਉਹਨਾਂ ਨੂੰ ਇੱਕ ਛੋਟੀ ਜਿਹੀ ਚੀਜ਼ ਚਾਹੀਦੀ। ਲੈਂਡਲੌਰਡ ਬੜਾ ਵੱਡਾ ਰਿਸਕ ਲੈ ਰਹੇ ਨੇ ਇਸ ਟਾਈਮ, ਇੰਸ਼ੋਰੈਂਸ ਉਹਨਾਂ ਦੀ ਵੋਇਡ ਹੋ ਰਹੀ ਆ ਕਿ ਲੈਂਡਲੌਰਡ ਦੀ ਇੰਸ਼ੋਰੈਂਸ ਤੁਹਾਡਾ ਇਹ ਪੀਰੀਅਡ ਜਿਹੜਾ ਰੈਂਟ ਲਾਸ ਆ ਉਹ ਕਵਰ ਨਹੀਂ ਕਰੂਗੀ। ਜੇ ਲੈਂਡਲੌਰਡ ਤੁਹਾਨੂੰ ਕਹਿ ਦਿੰਦਾ ਹੈ ਕਿ ਤੁਸੀਂ 250 ਮੰਨ ਲਓ ਤੁਹਾਡਾ 400 ਰੈਂਟ ਹੈ ਤੇ 200 ਉਹ ਕਹਿ ਦਿੰਦਾ ਕਿ ਚਲੋ ਤੁਸੀਂ 200 ਪੇ ਕਰ ਦਿਓ, ਬਟ ਜੇ ਤੁਸੀਂ ਅਨਏਬਲ ਹੋਏ 200 ਵੀ ਨਾ ਪੇ ਕਰੇ ਤੇ ਲੈਂਡਲੌਰਡ ਆਪਣੇ ਨੂੰ ਬਹੁਤ ਵੱਡੇ ਰਿਸਕ 'ਚ ਪਾ ਰਿਹਾ ਹੈ ਕਿ ਉਹ ਇੰਸ਼ੋਰੈਂਸ ਤੋਂ ਕੁਝ ਵੀ ਕਲੇਮ ਨਹੀਂ ਕਰ ਪਾਊਗਾ। ਤੇ ਮੇਕ ਸ਼ੋਰ ਕਿ ਜੇ ਲੈਂਡਲੌਰਡ ਤੁਹਾਡੇ ਵਾਸਤੇ ਕੁਝ ਚੰਗਾ ਕਰ ਰਿਹਾ ਹੈ ਕਿ ਜੋ ਅੱਗੇ ਆ ਰਿਹਾ ਆ, ਤੇ ਤੁਸੀਂ ਵੀ ਗੁੱਡ ਫੇਥ ਵਿੱਚ ਆਪਣਾ ਜੋ ਵੀ ਉਹਨਾਂ ਨਾਲ ਐਗਰੀਮੈਂਟ ਕੀਤਾ ਹੈ ਤੇ ਉਹ ਜ਼ਰੂਰ ਕਰੋ, ਆਪਣੇ ਜ਼ਰੂਰ ਪੇ ਕਰਦੇ ਰਹੋ। ਲੈਂਡਲੌਰਡ ਅਗਰ ਪੇ ਕਰ ਦਿੰਦਾ, ਲੈਂਡਲੌਰਡ ਅਗਰ ਸਾਰਾ ਕਰ ਦਿੰਦਾ ਤੇ ਲੈਂਡਲੌਰਡ ਨੂੰ ਵੀ ਮੇਰੀ ਇਹੀ ਰਿਕੁਐਸਟ ਹੈ ਕਿ ਜ਼ਰੂਰ ਤੁਸੀਂ ਇਸ ਟਾਈਮ ਤੇ ਹੱਦ ਲਓ, ਕਿਉਂਕਿ ਤੁਹਾਨੂੰ ਜਿਹੜੀ ਗਵਰਨਮੈਂਟ ਵੀ ਹੁਣ ਫੇਵਰ ਕਰਦੀ ਆ ਤੇ ਉਹ ਰੈਂਟ ਰਿਲੀਫ ਦੇ ਰਹੀ ਆ। ਇਹ ਰੈਂਟ ਰਿਲੀਫ ਹੈ ਤਾਂ ਟੈਨੈਂਟਸ ਤੇ ਰਹੀ ਆ, ਬਟ ਇਹ ਜਾਏਗੀ ਡਾਇਰੈਕਟ ਲੈਂਡਲੌਰਡ ਨੂੰ ਕਿ ਉਹ ਜਿੰਨਾ ਵੀ ਘਾਟਾ ਉਹਨਾਂ ਦਾ ਚੱਲ ਰਿਹਾ ਬਟ ਅਪ ਟੂ 2000। ਜੀ। ਮੈਂ ਇੱਕ ਗੱਲ ਦੁਬਾਰਾ ਕਲੀਅਰ ਕਰਦਾ, 2000 ਤੋਂ ਵੱਧ ਨਹੀਂ ਮਿਲੂਗਾ। ਆਫ ਕੋਰਸ ਅਪ ਟੂ 2000। ਜੇ ਕਿਸੇ ਨੂੰ ਕਹਿ ਰਿਹਾ ਕਿ ਥੋੜਾ ਹੀ ਘੱਟ ਕੀਤਾ, ਉਹਨਾਂ ਨੇ ਮੰਨ ਲਓ $50 ਘੱਟ ਕੀਤੇ ਆ, ਉਹ ਅਪ ਟੂ ਉਹਨਾਂ ਨੂੰ ਮਿਲ ਜਾਏਗਾ ਜਿੰਨਾ ਕੁ ਉਹਨਾਂ ਨੇ ਘੱਟ ਕੀਤਾ, ਜੇ ਤੁਹਾਡਾ ਟੈਨੈਂਟ ਐਲੀਜੀਬਲ ਆ ਇਸ ਗ੍ਰਾਂਟ ਦੇ ਵਾਸਤੇ। ਤੇ ਮੈਨੂੰ ਲੱਗਦਾ ਜਸਮੀਨ ਜੀ ਇਹ ਵੀ ਕਲੀਅਰ ਕਰਨਾ ਬਣਦਾ ਕਿ 2000 ਉੱਕੀ ਪੁੱਕੀ ਆ, ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਨੂੰ ਜਿਹੜਾ ਹੈ ਕਿ ਮਹੀਨੇ ਦਾ 2000 ਹੈ ਜਾਂ 3 ਮਹੀਨਿਆਂ ਦਾ 2000 ਆ, ਇੱਕ ਪੂਰੀ ਗ੍ਰਾਂਟ ਆ ਇਹੀ ਮਿਲਣੀ ਹੈ, ਹਨਾ ਜੀ? ਇਦਾਂ ਹੀ ਆ ਜੇ ਮੈਂ ਗਲਤ ਨਹੀਂ? 2000 ਟੋਟਲ ਚ ਮਿਲਣੀ ਆ, ਬਟ ਇਹ ਅਪ ਟੂ 2000 ਆ, 2000 ਤੋਂ ਵੱਧ ਨਹੀਂ ਹੋਊਗੀ, ਵੱਧ ਨਹੀਂ ਹੋ ਸਕਦੀ, ਪਰ ਇੰਨੀ ਹੀ ਮਿਲਣੀ ਆ ਤੁਹਾਨੂੰ। ਇਹ ਵੀ ਨਹੀਂ ਹੈ ਕਿ 2000 ਕਰਕੇ ਜਾਂ ਉਹ ਥੋੜੀ ਕਰਕੇ, ਤੁਹਾਨੂੰ ਉਹ ਨਹੀਂ ਹੈ, ਸਿਰਫ ਇਹ ਹੈ ਕਿ ਇੱਕ ਪੂਰੀ ਗ੍ਰਾਂਟ ਹੈ, ਇਹ 2000 ਤੁਹਾਨੂੰ ਮਿਲੂਗੀ ਜਾਂ 2000 ਤੋਂ ਘੱਟ ਜਾਂ ਜਿੰਨੇ ਲਈ ਤੁਸੀਂ ਐਲੀਜੀਬਲ ਹੋ, ਹਨਾ ਜੀ? ਹਾਂਜੀ, ਬਿਲਕੁਲ ਜਿੰਨੇ ਲਈ ਤੁਸੀਂ ਐਲੀਜੀਬਲ ਹੋ। ਤੇ ਜਿੱਦਾਂ ਹੀ ਤੁਸੀਂ ਇਹ ਸਾਰੀਆਂ ਤੁਸੀਂ ਐਲੀਜੀਬਿਲਿਟੀਜ਼ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਗ੍ਰਾਂਟ, ਇਹ ਟੈਨੈਂਟਸ ਨੇ ਹੀ ਕਰਨਾ। ਆਈ ਮਸਟ ਕਲੀਅਰ ਕਿ ਟੈਨੈਂਟਸ ਐਜ਼ ਸੂਨ ਐਜ਼ ਇਹ ਗ੍ਰਾਂਟ ਕਰਨ, ਕਿਉਂਕਿ ਜੇ ਬਾਈ ਚਾਂਸ ਤੁਹਾਡਾ ਲੈਂਡਲੌਰਡ ਵੀ ਐਗਰੀ ਨਹੀਂ ਕਰ ਰਿਹਾ,
everyone needs to help each other। ਤੁਹਾਨੂੰ ਲੈਂਡਲॉर्ड ਦੀ ਤੁਹਾਨੂੰ ਵੀ ਹੈਲਪ ਕਰਨੀ ਪਏਗੀ ਔਰ ਲੈਂਡਲॉर्ड ਨੂੰ ਵੀ ਟੈਨੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ। ਇਸ ਕਰਕੇ ਦੋਨਾਂ ਦਾ ਮਿਕਸ ਸਟੈਪ ਆ ਕਿ ਤੁਸੀਂ ਟੈਨੈਂਟਸ ਨੇ ਇੱਕ ਬੜਾ ਵੱਡਾ ਸਵਾਲ ਆ, ਮੈਂ ਕਿਉਂਕਿ ਆਪਾਂ ਮੈਨੂੰ ਲੱਗਦਾ ਕਿ ਮੈਂ ਜ਼ਰੂਰ ਚਾਹੂੰਗਾ ਕਿ ਇਸ ਸਵਾਲ ਦਾ ਜਵਾਬ ਦੇ ਕੇ ਫਿਰ ਹੀ ਆਪਾਂ ਅੱਗੇ ਵਧੀਏ। ਹਾਂਜੀ, ਹਜੇ ਤੱਕ ਮੈਂ ਵੀ ਜਿੰਨਾ ਪੜ੍ਹਿਆ ਆ ਤੇ ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੂੰਗਾ, ਕਿਤੇ ਵੀ ਇਹ ਤੇ ਨਹੀਂ ਮੈਟਰ ਕਰਦਾ ਕਿ ਤੁਸੀਂ ਕਿਹੜੇ ਵੀਜ਼ੇ ਦੇ ਉੱਤੇ ਹੋ, ਤੁਸੀਂ ਕਿਰਾਏਦਾਰ ਹੋ ਬਸ, ਕਿ ਜਾਂ ਇਹ ਚੀਜ਼ ਮੈਟਰ ਕਰ ਰਹੀ ਹੈ, ਕਿਤੇ ਵੀ ਲਿਖਿਆ ਆ ਰਿਹਾ ਕਿ ਤੁਸੀਂ ਸਿਰਫ ਤੇ ਸਿਰਫ ਸਿਟੀਜ਼ਨ ਤੇ PR ਹੋਣੇ ਚਾਹੀਦੇ ਹੋ। ਗੁਰਜੋਤ ਜੀ, ਵੈਰੀ ਓਨੈਸਟਲੀ ਮੈਂ ਖੁਦ ਇਸ ਚੀਜ਼ ਬਾਰੇ ਕਾਫੀ ਜ਼ਿਆਦਾ ਅਨਕਲੀਅਰ ਹਾਂ, ਕਿਉਂਕਿ ਇਹ ਜਿਹੜੀਆਂ ਗ੍ਰਾਂਟਸ ਆ ਰਹੀਆਂ ਨੇ ਐਜ਼ ਆਈ ਸੈਡ ਕਿ ਗਵਰਨਮੈਂਟ ਵੱਲੋਂ ਆ ਰਹੀਆਂ ਨੇ, ਤੁਹਾਡੀ ਐਲੀਜੀਬਿਲਿਟੀ ਫਿਲਹਾਲ ਐਲੀਜੀਬਿਲਿਟੀ ਵਿੱਚ ਇਹਨਾਂ ਨੇ ਇਹੋ ਜਿਹਾ ਕੁਛ ਨਹੀਂ ਕਿਹਾ ਕਿ ਕੌਣ ਐਲੀਜੀਬਲ ਆ, ਬਟ ਆਈ ਡਾਊਟ ਕਿ ਇਹ PR ਜਾਂ ਸਿਟੀਜ਼ਨ ਵਾਸਤੇ ਹੀ ਹੋ ਸਕਦੀਆਂ ਨੇ। ਆਈ ਡਾਊਟ ਨਹੀਂ, ਮੈਨੂੰ ਲੱਗਦਾ ਆਪਾਂ ਥੋੜਾ ਹੋਰ ਸੌਖਾ ਕਰਦੇ ਹਾਂ ਕਿ ਇੰਜ ਕਿਤੇ ਵੀ ਨਹੀਂ ਨਜ਼ਰ ਆ ਰਿਹਾ ਕਿ ਕੱਲੀਆਂ PR ਤੇ ਸਿਟੀਜ਼ਨ ਵਾਸਤੇ ਹੀ ਆ ਇਹ। ਉਹਨਾਂ ਨੇ ਓਵਰਆਲ ਇਹ ਗੱਲ ਕਹੀ ਹੈ ਕਿ ਇੱਕ ਕਿਰਾਏਦਾਰ ਜਿਹੜਾ ਆ ਉਹਦੀ ਆ ਐਲੀਜੀਬਿਲਿਟੀ ਬਣਦੀ ਆ, ਇੱਕ ਮਾਲਕ ਮਕਾਨ ਜਿਹੜਾ ਆ ਉਹਨੂੰ ਕਰਨਾ ਬਣਦਾ। ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇੱਕ ਕਿਰਾਏਦਾਰ ਜਿਹੜਾ ਆ ਉਹ ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਜਾਂ ਫਿਰ ਉਹ ਜਿਹੜਾ ਵਾ ਇੱਥੇ ਸਿਟੀਜ਼ਨ ਹੋਣਾ ਚਾਹੀਦਾ ਆ, ਇਸ ਦੇਸ਼ ਦਾ ਵਸਨੀਕ ਹੋਣਾ ਚਾਹੀਦਾ। ਇੱਦਾਂ ਦਾ ਕੁਛ ਵੀ ਨਹੀਂ ਆ, ਸਿਰਫ ਤੇ ਸਿਰਫ ਇਹ ਕਿ ਉਸ ਘਰ ਵਿੱਚ ਰਹਿ ਰਿਹਾ ਹੋਵੇ ਤੇ ਉਹਦੀ ਇਨਕਮ ਘਟੀ ਹੋਵੇ। ਸੋ ਫਾਰ ਇਹੀ ਜਾਣਕਾਰੀ ਆ। ਪਰ ਜੋ ਤੁਸੀਂ ਅਪਲਾਈ ਕਰੋਗੇ, ਮੈਨੂੰ ਲੱਗਦਾ ਹੋ ਸਕਦਾ ਨੈਕਸਟ ਸਟੈਪ ਵਿੱਚ ਕੋਈ ਸਵਾਲ ਆਵੇ ਤੇ ਉਦੋਂ ਮੈਨੂੰ ਲੱਗਦਾ ਨਾਲ ਪਤਾ ਲੱਗੂਗਾ। ਪਰ ਪਹਿਲੀ ਐਲੀਜੀਬਿਲਿਟੀ ਤੇ ਜਸਮੀਨ ਜੀ ਕਿਤੇ ਵੀ ਨਹੀਂ ਸਾਨੂੰ ਮਿਲਦਾ ਇਹ ਚੀਜ਼। ਨਹੀਂ, ਇਹਦੀ ਕਿਤੇ ਵੀ ਕੁਛ ਵੀ ਕਲੀਅਰ ਨਹੀਂ ਹੈਗਾ ਕਿ ਇਹ ਕਿੰਨਾ ਬਾਰੇ ਆ, ਇਹੋ ਜਿਹਾ ਕੁਛ ਵੀ ਕੋਈ ਕਲੀਅਰੈਂਸ ਸਾਨੂੰ ਨਹੀਂ ਹੈਗੀ। ਈਵਨ ਜਿਹੜੀ ਮੈਂ ਜਾਣਕਾਰੀ ਦੇ ਰਹੀ ਹਾਂ, ਮੈਨੂੰ ਲੱਗਦਾ ਗਲਤੀ ਕਰਦੇ ਆ ਨਾ, ਮਗਰੋਂ ਮਤਲਬ 7 ਤੇ 9 ਉਹਨਾਂ ਨੂੰ ਸੱਦ ਲੈਂਦੇ ਆ ਤੇ ਸਾਡੇ ਵਰਗੇ ਮੀਡੀਆ ਨੂੰ ਨਾਲ ਜਦੋਂ ਸੱਦਿਆ ਹੋਵੇ ਇਹ ਸਵਾਲ ਸਾਡੇ ਬਣਦੇ ਨੇ, ਕਿਉਂਕਿ ਸਾਡੇ ਕੋਲ ਸਾਨੂੰ ਸੁਣਨ ਵਾਲੇ, ਸਾਨੂੰ ਵੇਖਣ ਵਾਲੇ ਉਹ ਬਹੁਤ ਸਾਰੇ ਨੇ, ਵੱਡੀ ਗਿਣਤੀ ਦੇ ਵਿੱਚ ਜੋ ਟੈਂਪਰੇਰੀ ਵੀਜ਼ਾਸ ਦੇ ਉੱਤੇ ਨੇ, ਜੋ ਸਟੂਡੈਂਟ ਵੀਜ਼ੇ ਦੇ ਉੱਤੇ ਨੇ। ਸੋ ਉਹਨਾਂ ਦੀ ਵੀ ਆਵਾਜ਼ ਜਿਹੜੀ ਆ ਉਦੋਂ ਤੱਕ ਨਹੀਂ ਆ। ਇਹ ਮੈਨੂੰ ਲੱਗਦਾ ਇੱਕ ਬੜੀ ਵੱਡੀ ਗਲਤੀ ਆ। ਮੈਂ ਇੱਥੇ ਬਾਰ-ਬਾਰ ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਪ੍ਰੀਮੀਅਰ ਜਿਹੜੇ ਡੈਨੀਅਲ ਐਂਡਰਿਊ ਨੇ, ਚਾਹੇ ਉਹ ਵਧੀਆ ਕੰਮ ਕਰ ਰਹੇ ਨੇ, ਪਰ ਬਤੌਰ ਜਿਹੜੇ ਜਦੋਂ ਤੁਸੀਂ ਕਮਿਊਨਿਟੀ ਦੀ ਗੱਲ ਕਰਦੇ ਹੋ ਤੇ ਇੰਡੀਅਨ ਰੇਡੀਓ ਹੋ ਗਏ, ਚਾਹੇ ਪਾਕਿਸਤਾਨੀ ਜਿਹੜੇ ਚੈਨਲਸ ਨੇ ਜਾਂ ਫਿਰ ਜਿਹੜੇ ਬੰਗਲਾਦੇਸ਼ੀ ਚੈਨਲ ਨੇ, ਜਿੰਨੇ ਵੀ ਆ, ਇਹਨਾਂ ਸਾਰਿਆਂ ਨੂੰ ਵੀ ਬੁਲਾਉਣਾ ਬਣਦਾ। ਚਾਈਨੀਜ਼ ਚੈਨਲ ਜਿਹੜੇ ਨੇ ਇਹਨਾਂ ਨੂੰ ਬੁਲਾਉਣਾ ਬਣਦਾ ਕਿ ਤੁਸੀਂ ਜਿਹੜੀ ਆ ਜਾਣਕਾਰੀ ਇਹਨਾਂ ਤੱਕ ਵੀ ਪਹੁੰਚਦੀ ਕਰੋ, ਕਿਉਂਕਿ ਸਾਡੇ ਇਹ ਸਵਾਲ ਨੇ, ਇਹ ਅਸੀਂ ਪੁੱਛਣੇ ਆ। ਦੂਜੇ ਨੂੰ ਤੇ ਕੋਈ ਲੈਣਾ ਦੇਣਾ ਨਹੀਂ ਹੈ ਨਾ, ਉਹਨੇ ਤੇ ਓਵਰਆਲ ਲੈ ਕੇ ਗਾਂ ਘਰ ਨੂੰ ਚੱਲ ਜਾਣਾ। ਸੌਰੀ ਜਸਮੀਨ ਜੀ, ਤੁਹਾਨੂੰ ਕੱਟਿਆ ਮੈਂ। ਸੋ ਇੱਕ ਮੇਰੇ ਕੋਲ ਸਵਾਲ ਆ, ਤੋਂ ਪਹਿਲਾਂ ਅੱਗੇ ਵਧੀਏ ਆਪਾਂ। ਇਹ ਵੀ ਆਇਆ ਆ ਕਿ ਇਹਦੇ ਵਿੱਚ ਲਿਖਿਆ ਕਿ ਮੰਨ ਲਓ ਕਿ ਅਗਰ ਮੈਂ ਹੁਣ ਲੀਜ਼ ਐਂਡ ਕਰਨਾ ਚਾਹਣਾ, ਠੀਕ ਹੈ ਜੀ, ਕਿਉਂਕਿ ਮੈਨੂੰ ਲੱਗਦਾ ਕਿ ਨਹੀਂ ਮੈਂ ਕਿਤੇ ਸ਼ੇਅਰਿੰਗ ਦੇ ਵਿੱਚ ਰਹਿ ਲੈਣਾ, ਮੈਂ ਲੀਜ਼ ਐਂਡ ਕਰਨਾ ਚਾਹੁੰਦਾ ਹਾਂ। ਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਤੁਸੀਂ ਅੱਧ ਵਿਚਕਾਰ ਤੋੜਦੇ ਸੀ ਤੁਹਾਨੂੰ ਚਾਰਜਿਸ ਪੈਂਦੇ ਹੁੰਦੇ ਸੀਗੇ, ਪਰ ਹੁਣ ਉਹਦੇ 'ਚ ਲਿਖਿਆ ਆਉਂਦਾ ਆ ਕਿ ਤੁਹਾਨੂੰ ਕੋਈ ਵੀ ਚਾਰਜਿਸ ਨਹੀਂ ਪੈਣਗੇ। ਕੀ ਇਹ ਸਹੀ ਗੱਲ ਹੈ ਜੀ? ਜੀ ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈ। ਇਸ ਟਾਈਮ ਤੇ ਤੁਹਾਨੂੰ ਕੋਈ ਕਿਸੇ ਕਿਸਮ ਦੇ ਕੋਈ ਚਾਰਜਿਸ ਨਹੀਂ ਪਊਗੇ। ਤੁਸੀਂ ਆਪਣੀ ਲੀਜ਼ ਜਿਹੜੀ ਆ ਉਹ ਐਂਡ ਕਰ ਸਕਦੇ ਹੋ ਬਿਨਾਂ ਵਿਦਆਊਟ ਐਨੀ ਚਾਰਜਿਸ। ਕਿਤੇ ਵੀ ਸ਼ੇਅਰਡ ਅਕੋਮੋਡੇਸ਼ਨਸ ਜਾ ਕੇ ਰਹਿ ਸਕਦੇ ਹੋ। ਤੁਸੀਂ ਸਿਰਫ ਉਹਨਾਂ ਨੂੰ ਇੱਕ ਈਮੇਲ ਭੇਜਣੀ ਆ। ਆਫ ਕੋਰਸ ਲਾਈਕ ਕਰਟੇਸੀ ਸੇਕ ਐਟਲੀਸਟ 14 ਡੇਜ਼ ਦਾ ਜਾਂ 28 ਡੇਜ਼ ਦਾ, ਆਈ ਵਿਲ ਸੇ 14 ਡੇਜ਼ ਦਾ ਨੋਟਿਸ ਤਾਂ ਐਟਲੀਸਟ ਤੁਸੀਂ ਦਿਓ। ਈਮੇਲ ਕਰੋ ਉਹਨਾਂ ਨੂੰ, ਆਪਣਾ ਦੱਸ ਦਿਓ ਕਿ ਤੁਸੀਂ ਇਸ ਹਾਰਡਸ਼ਿਪ ਦਾ ਕਰਕੇ ਮੂਵ ਆਊਟ ਕਰ ਰਹੇ ਹੋ ਤੇ ਤੁਹਾਨੂੰ ਕੋਈ ਵੀ ਚਾਰਜਿਸ ਇਸ ਵਕਤ ਨਹੀਂ ਦੇਣੇ ਪੈਣਗੇ। ਬਟ ਯੂ ਨੀਡ ਟੂ ਮੇਕ ਸ਼ੋਰ ਕਿ ਜਿਹੜਾ ਤੁਸੀਂ ਘਰ ਛੱਡ ਕੇ ਜਾ ਰਹੇ ਹੋ ਉਹਨੂੰ ਤੁਸੀਂ ਰੀਜ਼ਨੇਬਲ ਗੁੱਡ ਕੰਡੀਸ਼ਨਸ ਛੱਡ ਕੇ ਜਾਓ, ਕਿਉਂਕਿ ਇਹ ਨਾ ਹੋਏ ਕਿ ਤੁਸੀਂ ਕੁਛ ਕੋਈ ਡੈਮੇਜ ਹੋਇਆ ਹੋਵੇ ਜਾਂ ਕਲੀਨ ਨਹੀਂ ਆ ਕਰ, ਉਹਦੇ ਚਾਰਜਿਸ ਆਫ ਕੋਰਸ ਉਹ ਕਰਨਗੇ ਅਗਰ ਕੁਛ ਡੈਮੇਜ ਹੁੰਦਾ ਹੈ ਜਾਂ ਕੁਛ ਕਲੀਨ ਨਹੀਂ ਕਰ, ਕਲੀਨਿੰਗ ਦੇ ਚਾਰਜਿਸ। ਬਟ ਲੀਜ਼ ਬ੍ਰੇਕ ਫੀਸ ਜਿਹੜੀ ਆ ਨਹੀਂ ਪਏਗੀ। ਲੀਜ਼ ਬ੍ਰੇਕ ਫੀਸ ਕਾਫੀ ਐਕਸਪੈਂਸਿਵ ਕਾਸਟ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਇਹੋ ਜਿਹੀ ਕੋਈ ਤੁਹਾਨੂੰ ਕਾਸਟ ਨਹੀਂ ਪੇ ਕਰਨੀ ਪਏਗੀ। ਜਸਮੀਨ ਜੀ, ਇੱਕ ਹੋਰ ਜਿਹੜਾ ਸਵਾਲ ਆਉਂਦਾ ਆ ਕਿ ਇਹ ਕਲੀਅਰ ਆ ਕਿ ਤੁਹਾਨੂੰ 6 ਮਹੀਨੇ ਜਿਹੜਾ ਆ ਕੋਈ ਵੀ ਘਰੋਂ ਬਾਹਰ ਨਹੀਂ ਕੱਢ ਸਕਦਾ, ਹੈ ਨਾ ਜੀ? ਜੀ ਬਿਲਕੁਲ, ਇਹ ਕਲੀਅਰ ਆ ਕਿਉਂਕਿ ਐਮਰਜੈਂਸੀ ਸਟੇਟ ਦੇ ਵਿੱਚ ਲੱਗੀ ਆ ਦੋਸਤੋ। ਤੇ ਐਮਰਜੈਂਸੀ ਦਾ ਪਹਿਲਾ ਕਾਨੂੰਨ ਕਹਿੰਦਾ ਹੁੰਦਾ ਹੈ ਕਿ ਜਿਹੜਾ ਐਲਾਨ ਹੋ ਗਿਆ ਆ, ਚਾਹੇ ਉਹ ਅਜੇ ਤੱਕ ਪਾਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਐਲਾਨ ਦਾ ਮਤਲਬ ਇਹ ਆ ਕਿ ਉਹ ਲਗਭਗ ਇਹਨਾਂ ਦੇ ਲਾਗੂ ਹੈਗਾ ਕਿ ਤੁਹਾਨੂੰ ਕੋਈ ਘਰੋਂ ਬਾਹਰ ਨਹੀਂ ਕੱਢ ਸਕਦਾ। ਪਰ ਜੈਸਮੀਨ ਜੀ, ਬੜੀਆਂ ਸਾਰੀਆਂ ਸੂਰਤਾਂ ਨੇ ਜਿਹਦੇ ਵਿੱਚ ਤੁਹਾਨੂੰ ਘਰੋਂ ਬਾਹਰ ਜਾਣਾ ਪੈ ਸਕਦਾ। ਚਲੋ ਇੱਕ ਚੀਜ਼ ਤੇ ਆ ਵੀ ਜੇ ਕੋਈ ਕ੍ਰਿਮੀਨਲ ਐਕਟੀਵਿਟੀ ਆ ਉਹਦੇ 'ਚ ਕਲੀਅਰ ਲਿਖਿਆ ਹੁੰਦਾ, ਹੈ ਨਾ ਜੀ? ਜਾਂ ਫਿਰ ਤੁਸੀਂ ਭੰਨ ਤੋੜ ਕਰਦੇ ਹੋ ਪ੍ਰਾਪਰਟੀ ਦੀ ਤਾਂ ਵੀ ਤੁਹਾਨੂੰ ਘਰੋਂ ਬਾਹਰ ਕੱਢਿਆ ਜਾ ਸਕਦਾ, ਜਾਂ ਫਿਰ ਉੱਥੇ ਵਾਇਲੈਂਸ ਇੰਨੀ ਜ਼ਿਆਦਾ ਹੋ ਜਾਂਦੀ ਆ ਤੇ ਤੁਹਾਨੂੰ ਤਾਂ ਵੀ ਪ੍ਰਾਪਰਟੀ 'ਚੋਂ ਬਾਹਰ ਕੱਢਿਆ ਜਾ ਸਕਦਾ। ਇਹਨਾਂ ਤਿੰਨਾਂ ਤੋਂ ਇਲਾਵਾ ਜੈਸਮੀਨ ਜੀ ਇੱਕ ਸਵਾਲ ਵੀ ਆ। ਮੰਨ ਲਓ ਅਗਰ ਓਨਰ ਨੇ ਉਸ ਪ੍ਰਾਪਰਟੀ ਦੇ ਵਿੱਚ ਆਉਣਾ ਆ, ਹੈ
ਹਨਾ ਜੀ, ਉਹ ਹਾਂਜੀ ਖੁਦ ਆਪ ਮੂਵ ਇਨ ਹੋਣਾ ਚਾਹੁੰਦਾ ਹੈ ਇਸ ਪ੍ਰਾਪਰਟੀ ਦੇ ਵਿੱਚ, ਉਹਨਾਂ ਜੀ ਹਾਲਾਤਾਂ ਦੇ ਵਿੱਚ ਕੀ ਉਹ ਕਹਿ ਸਕਦਾ ਹੈ ਕਿ ਤੁਸੀਂ ਘਰੋਂ ਬਾਹਰ ਹੋ ਜਾਓ, ਜਾਂ ਉਹਨੂੰ ਵੀ 6 ਮਹੀਨੇ ਦਾ ਇੰਤਜ਼ਾਰ ਕਰਨਾ ਹੀ ਪਊਗਾ? ਗੁਰਜੋਤ ਜੀ, ਇਹ ਵਾਲਾ ਕੁਐਸਚਨ ਜਿਹੜਾ ਹੈ ਇਹ ਕਾਫੀ ਜ਼ਿਆਦਾ ਮਤਲਬ ਸਾਨੂੰ ਵੀ ਬਹੁਤ ਸਾਰੇ ਇਹੋ ਜਿਹੇ ਆ ਰਹੇ ਨੇ, ਕਿਉਂਕਿ ਕਈ ਓਨਰਸ ਨੇ ਇਸ ਵਕਤ ਜਿਹੜੇ ਆਪਣੇ ਘਰਾਂ 'ਚ ਮੂਵ ਕਰਨਾ ਚਾਹੁੰਦੇ ਆ। ਬਿਲਕੁਲ। ਜੇ ਤੁਸੀਂ ਹੁਣ ਇਸ ਟਾਈਮ 60 ਡੇਜ਼ ਦਾ ਨੋਟਿਸ ਦਿੰਦੇ ਆ, ਤੇ ਅਸੀਂ ਆਪਣੇ ਲੈਂਡਲॉर्ड्स ਨੂੰ ਵੀ ਬਿਲਕੁਲ ਸੁਜੈਸਟ ਕਰ ਰਹੇ ਹਾਂ ਕਿ ਇਸ ਟਾਈਮ ਕੋਈ ਵੀ ਕਿਸੇ ਨੂੰ ਵੀ 60 ਡੇਜ਼ ਦਾ ਨੋਟਿਸ ਨਾ ਦੇ। ਨੋਟਿਸ ਅਸੀਂ ਹਾਲੇ ਵੀ ਦੇ ਸਕਦੇ ਹਾਂ, ਈਵਨ ਰੈਂਟ ਅਰੀਅਰਸ ਵਾਸਤੇ ਵੀ ਅਸੀਂ ਨੋਟਿਸ ਭੇਜਾਂਗੇ। 14 ਡੇਜ਼ ਅਗਰ ਕੋਈ ਨਹੀਂ ਪੇ ਕਰ ਰਿਹਾ ਰੈਂਟ, ਅਸੀਂ ਉਹਨਾਂ ਨੂੰ ਹਾਲੇ ਵੀ ਐਵਿਕਸ਼ਨ ਨੋਟਿਸ ਭੇਜ ਸਕਦੇ ਹਾਂ, ਬਟ ਅਗੇਨ ਕਿ ਉਹ ਮਾਮਲਾ ਵੀਕਐਂਡ 'ਚ ਜਾਏਗਾ। ਹੁਣ ਵੀ ਵੈਸੇ ਤਾਂ ਸਾਰੇ ਕਰ ਰਹੇ, ਬਟ ਅਜੇ ਵੀ ਜੇ ਲੈਂਡਲॉर्ड ਵਾਪਿਸ ਮੂਵ ਕਰਨਾ ਚਾਹੁੰਦਾ ਆ, ਕੋਈ ਉਹਦੇ ਸਰਕਮਸਟੈਂਸਸ ਇਹੋ ਜਿਹੇ ਨੇ ਕਿ ਜਿੱਥੇ, ਕਿਉਂਕਿ ਰੀਅਲ ਏਸਟੇਟਸ ਕੰਮ ਕਰਦੀਆਂ ਨੇ, ਹਲੇ ਵੀ ਘਰ ਰੈਂਟ ਤੇ ਚੱਲ ਰਹੇ ਨੇ, ਹਲੇ ਵੀ ਸਾਰਾ ਸਿਸਟਮ ਚੱਲ ਰਿਹਾ ਹੈ ਐਜ਼ ਨਾਰਮਲ ਹੀ ਚੱਲ ਰਿਹਾ ਹੈ। ਜੀ ਇਸ ਕਰਕੇ ਇਹ ਵੀਕਐਂਡ ਦਾ ਡਿਸੀਜ਼ਨ ਹੋ ਸਕਦਾ ਹੈ ਕਿ ਅਗਰ ਤੁਹਾਨੂੰ ਇਹੋ ਜਿਹਾ ਨੋਟਿਸ ਕੋਈ ਸਰਵ ਕਰਦਾ। ਵੈਸੇ ਇਸ ਟਾਈਮ ਤੇ ਸਿਚੁਏਸ਼ਨ ਬੜੀਆਂ ਕੰਟਰੋਲ 'ਚ ਨੇ, ਨਹੀਂ ਕੋਈ ਕਰ ਰਿਹਾ, ਬਟ ਜੇ ਤੁਹਾਡਾ 29 ਮਾਰਚ ਤੋਂ ਪਹਿਲਾਂ ਦਾ ਨੋਟਿਸ ਸਰਵ ਹੋਇਆ ਆ, ਕਿ ਨੋਟਿਸ ਤੁਹਾਨੂੰ ਆਲਰੇਡੀ ਸਰਵ ਹੋਇਆ ਆ, ਤੇ ਉਹਦੇ ਤੇ ਇਹ ਵੀਕਐਂਡ ਤੁਹਾਨੂੰ ਡਿਸੀਜ਼ਨ ਦੇ ਸਕਦਾ ਹੈ ਕਿ ਤੁਹਾਨੂੰ ਘਰੋਂ ਬਾਹਰ ਜਾਣਾ ਪਏ, ਕਿ ਤੁਸੀਂ ਹਾਲੇ ਵੀ ਜੇ ਕੋਈ ਕੰਟੈਕਟ ਨਹੀਂ ਕਰ ਰਹੇ, ਜੇ ਓਨਰ ਵਾਪਸ ਆਪਣੇ ਘਰ ਮੂਵ ਕਰਨਾ ਚਾਹੁੰਦਾ ਹੈ। ਇਹ 29 ਮਾਰਚ ਤੋਂ ਪਹਿਲਾਂ ਅਗਰ ਤੁਹਾਨੂੰ ਨੋਟਿਸ ਆਇਆ, ਜੇ ਹੁਣ ਦੇ ਦਿਨਾਂ 'ਚ ਨੋਟਿਸ ਆਉਂਦਾ ਆ, ਵੈਸੇ ਤਾਂ ਚਲੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਓਨਰ ਵੀ ਸਾਨੂੰ ਸੁਣ ਰਹੇ ਹੋਣਗੇ ਸਾਡੀ ਆਵਾਜ਼, ਤੇ ਭਾਈ ਨਾ ਕਰੋ ਜਿਵੇਂ ਜੈਸਮੀਨ ਜੀ ਕਹਿ ਰਹੇ ਨੇ, ਤੇ ਕਿਉਂਕਿ ਉਹਦੇ ਵਿੱਚ ਮਨਾ ਹੋ ਸਕਦਾ ਹੈ, ਤੇ ਫਿਰ ਤੁਹਾਡੇ ਹੱਕ 'ਚ ਵੀ ਗੱਲ ਨਹੀਂ ਜਾਊਗੀ ਜੋ ਨਜ਼ਰ ਆ ਰਹੀ ਹੈ। ਬਾਕੀ ਵੀਕਐਂਡ ਨੇ ਤੈਅ ਕਰਨਾ ਹੈ, ਸੋ ਕਈ ਚੀਜ਼ਾਂ ਤੁਸੀਂ ਬਿਲਕੁਲ ਵੀ ਮੋਹਰ ਨਹੀਂ ਲਾ ਸਕਦੇ ਹੁੰਦੇ, ਸਰਕਮਸਟਾਂਸਿਸ ਜਿਹੜੇ ਆ ਬਹੁਤ ਡਿਪੈਂਡ ਕਰਦੇ ਹੁੰਦੇ ਆ। ਇਹੀ ਸਵਾਲ ਸੀਗਾ, ਇਹਨਾਂ ਦੇ ਫਰੈਂਡ ਨੂੰ ਨੋਟਿਸ ਦਿੱਤਾ ਜਾ ਚੁੱਕਾ ਹੈ 13 ਜੂਨ ਨੂੰ ਘਰ ਖਾਲੀ ਕਰਨ ਦਾ, ਠੀਕ ਹੈ ਜੀ, ਕਿ ਓਨਰ ਨੇ ਆਪ ਮੂਵ ਹੋਣਾ, ਪਰ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਫਰੈਂਡ ਹੈ ਉਹਦੀ ਫੈਮਿਲੀ ਇੰਡੀਆ ਸਟਕ ਹੋ ਗਈ ਆ, ਪਰ ਉਹ ਰੈਂਟ ਟਾਈਮ ਦੇ ਉੱਤੇ ਦੇ ਰਿਹਾ ਹੈ। ਸੋ ਉਹਦਾ ਕੁਝ ਬਣ ਸਕਦਾ ਆ ਕਿ ਉਹ ਹਾਊਸ ਨਹੀਂ ਮੂਵ ਕਰਦਾ ਤੇ, ਜਾਂ ਨਾ ਕਰੇ ਤੇ। ਐਜ਼ ਆਈ ਸੈਡ ਕਿ ਇਹਦਾ ਐਂਡ ਡਿਸੀਜ਼ਨ ਆ, ਕਿਉਂਕਿ ਇਹ ਵੀਕਐਂਡ ਮੈਂਬਰਸ ਹੁੰਦਾ ਆ, ਉੱਥੇ ਹੋਊਗਾ ਕਿ ਉਹਨੂੰ ਇਸ ਟਾਈਮ ਨੋਟਿਸ ਮਿਲਿਆ ਹੋਇਆ ਵਾ 13 ਜੂਨ ਤੱਕ। ਹੋਪਫੁਲੀ ਥਿੰਗਸ ਵਿਲ ਬੀ ਬੈਟਰ। ਵੈਸੇ ਤਾਂ ਕਿਹਾ ਗਿਆ ਕਿ 6 ਮਹੀਨੇ ਤੱਕ ਕੋਈ ਐਵਿਕਸ਼ਨ ਨਹੀਂ ਆ। ਬਹੁਤ ਹੀ ਜ਼ਿਆਦਾ ਇਸ ਟਾਈਮ ਤੇ ਗਵਰਨਮੈਂਟ ਵੀ ਕੋਈ ਇਹੋ ਜਿਹਾ ਹਾਰਸ਼ ਡਿਸੀਜ਼ਨ ਨਹੀਂ ਲੈ ਰਹੀ ਕਿ ਜਿਹੜਾ ਟੈਨੈਂਟ ਨੂੰ ਅਫੈਕਟ ਕਰੇ, ਜਾਂ ਫਿਰ ਕਿਸੇ ਵੀ ਸੂਰਤ ਵਿੱਚ ਲੈਂਡਲॉर्ड ਨੂੰ ਅਫੈਕਟ ਕਰੇ। ਅਗੇਨ, ਜੇ ਤਾਂ ਇਹਨਾਂ ਦੇ ਫਰੈਂਡ ਨੂੰ, ਮੇਰਾ ਪਰਸਨਲੀ ਸੁਜੈਸ਼ਨ ਇਹ ਆ ਕਿ ਜਿਵੇਂ ਮੈਂ ਹੁਣੇ ਦੱਸ ਕੇ ਹਟੀ ਹਾਂ ਕਿ ਜਿਹੜੀਆਂ ਰੀਅਲ ਏਸਟੇਟਸ ਆ ਉਹ ਐਜ਼ ਯੂਜੂਅਲ ਹੀ ਕੰਮ ਕਰ ਰਹੀਆਂ ਨੇ, ਨਾਰਮਲ ਕੰਮ ਕਰ ਰਹੀਆਂ ਨੇ, ਕਿ ਅਗਰ ਤੁਸੀਂ ਘਰ ਜਾਣਾ ਚਾਹੁੰਦੇ ਹੋ ਛੱਡ ਕੇ ਜਾ ਸਕਦੇ ਹੋ ਐਜ਼ ਅ ਕਰਟੇਸੀ, ਕਿ ਚੰਗੇ ਐਜ਼ ਅ ਮਤਲਬ ਗੁੱਡ ਨੋਟ ਤੇ। ਬਟ ਜੇ ਤੁਸੀਂ ਹਲੇ ਨਹੀਂ ਛੱਡ ਕੇ ਜਾਣਾ ਚਾਹੁੰਦੇ, ਤੁਹਾਡੇ ਕੋਲ ਵੈਲਿਡ ਰੀਜ਼ਨ ਹੈਗਾ ਆ, ਤੁਹਾਡਾ ਐਂਡ ਅਪ ਸਿਰਫ ਇਹ ਆ ਕਿ ਐਂਡ ਵੀਕਐਂਡ ਹੋਊਗਾ, ਤੇ ਵੀਕਐਂਡ ਜਿਹੜਾ ਆ ਉਹ ਲੈਜਿਸਲੇਸ਼ਨ ਨੂੰ ਫੋਲੋ ਕਰਦਾ ਆ ਕਿ ਜੇ ਉਰੇ ਤੱਕ ਜਿਹੜਾ 6 ਮੰਥ ਐਵਿਕਸ਼ਨ ਵਾਲਾ ਕੰਮ ਆ ਚੁੱਕਾ ਹੈ ਤੇ ਤੁਹਾਨੂੰ ਨਹੀਂ ਕੱਢਿਆ ਜਾ ਸਕਦਾ। ਐਜ਼ ਪਰ ਮਾਈ ਐਕਸਪੀਰੀਅੰਸ, ਕਿ ਤੁਹਾਨੂੰ ਨਹੀਂ ਕੱਢਿਆ ਜਾਏਗਾ। ਜਿਹੜਾ ਵੀਕਐਂਡ ਮੈਂਬਰ ਆ ਉਹ ਤੁਹਾਡੇ ਫੇਵਰ 'ਚ ਡਿਸੀਜ਼ਨ ਦੇ ਸਕਦਾ ਆ, ਬਟ ਅਗੇਨ ਵੀਕਐਂਡ ਮੈਂਬਰ, ਇਹ ਸਾਰਾ ਵੀਕਐਂਡ ਮੈਂਬਰ ਹੈ, ਜਿਵੇਂ ਅਸੀਂ ਕਹਿੰਦੇ ਕਿ ਜੱਜਸ ਤੇ ਡਿਪੈਂਡ ਕਰਦਾ। ਮੈਂ ਸਮਝ ਗਿਆ ਤੁਹਾਡੀ ਗੱਲ। ਜਸਮੀਨ ਜੀ, ਇੱਕ ਹੋਰ ਸਵਾਲ ਆਇਆ, ਇਹ ਵੀ ਕਾਫੀ ਮੈਨੂੰ ਲੱਗਦਾ ਹੈ ਕਿ ਇਹ ਵੀ ਆਉਣ ਵਾਲੇ ਦਿਨਾਂ ਦਾ ਵੀ ਵੱਡਾ ਸਵਾਲ ਬਣ ਸਕਦਾ ਹੈ। ਤੋਂ ਰੈਂਟ ਰਿਲੀਫ ਤੋਂ ਇਲਾਵਾ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਜਦੋਂ ਤੁਹਾਡਾ ਏਜੰਟ ਇਹ ਗੱਲ ਕਹਿੰਦਾ ਆ ਕਿ ਮੈਂ ਘਰ ਦੀ ਇੰਸਪੈਕਸ਼ਨ ਕਰਨੀ ਆ, ਉਸ ਦਰਮਿਆਨ ਕੀ ਤੁਸੀਂ ਉਹਨੂੰ ਨਾ ਕਹਿ ਸਕਦੇ ਹੋ ਕਿ ਨਹੀਂ? ਬਿਲਕੁਲ, ਤੁਸੀਂ ਬਿਲਕੁਲ ਨਾ ਕਰ ਸਕਦੇ ਹੋ। ਕੋਈ ਵੀ ਜਿਹੜੇ ਏਜੰਟਸ ਨੇ ਜਿਹੜੇ ਆਪਣੇ ਪਰਸਨਲ ਰੂਟੀਨ ਇੰਸਪੈਕਸ਼ਨਸ ਨਹੀਂ ਕਰ ਰਹੇ, ਸਾਰੇ ਵਰਚੁਅਲ ਇੰਸਪੈਕਸ਼ਨਸ ਕਰ ਰਹੇ ਨੇ। ਯਾਨੀ ਕਿ ਤੁਹਾਨੂੰ ਇੱਕ ਐਪ ਡਾਊਨਲੋਡ ਕਰਨ ਲਈ ਉਹ ਕਹਿਣਗੇ, ਤੁਸੀਂ ਉਹ ਐਪ ਡਾਊਨਲੋਡ ਕਰਕੇ ਉਹਦੇ ਤੋਂ ਕਾਲ ਕਰਨਗੇ ਤੇ ਤੁਸੀਂ ਇੱਕ ਵਰਚੁਅਲ ਇੰਸਪੈਕਸ਼ਨ ਜਿਹੜਾ ਟੂਰ ਆ ਉਹ ਕਰਵਾਉਣਾ ਆ। ਤੇ ਮੈਂ ਇਹੀ ਕਰੂੰਗੀ, ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਕਿ ਇਸ ਟਾਈਮ ਇੱਕ ਇਹੋ ਜਿਹਾ ਹੈ ਕਿ ਜਿਹੜਾ ਤੁਹਾਡੇ ਪ੍ਰੋਪਰਟੀ ਮੈਨੇਜਰਸ ਤੇ ਜਾਂ ਤੁਹਾਡੇ ਰੀਅਲ ਏਸਟੇਟ ਏਜੰਟ ਤੇ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਆ, ਉਹਨਾਂ ਤੇ ਵੀ ਪ੍ਰੈਸ਼ਰ ਆ। ਇਸ ਕਰਕੇ ਥੋੜਾ ਕੋਆਪਰੇਟ ਕਰੋ ਕਿ ਉਹ ਮੰਨ ਲਓ ਉਹ ਕਰਦੇ ਆ ਤੇ ਤੁਸੀਂ ਨਾਰਮਲ ਉਹਨਾਂ ਨੂੰ ਦਿਖਾ ਸਕਦੇ ਹੋ ਤੇ ਰਾਹੀਂ ਘਰ। ਜਿਵੇਂ ਜਾਂ ਕਈ ਵਾਰੀ ਤੁਹਾਨੂੰ ਵੈਲੂਏਸ਼ਨ ਵਾਸਤੇ ਕਾਲ ਆ ਜਾਂਦੀ ਹੈ ਕਿ ਕਈ ਪ੍ਰੋਪਰ ਜਿਹੜੇ ਲੈਂਡਲॉर्ड ਨੇ ਉਹਨਾਂ ਨੇ ਵੈਲੂਏਸ਼ਨ ਕਰਾਉਣੀ ਹੁੰਦੀ ਹੈ, ਬਿਕਾਜ਼ ਉਹਨਾਂ ਦੇ ਫਾਈਨੈਂਸਿਸ 'ਚ ਇਸ਼ੂ ਹੁੰਦਾ ਹੈ, ਉਹਨਾਂ ਨੇ ਆਪਣਾ ਰੀਫਾਈਨੈਂਸ ਕਰਾਉਣਾ ਹੁੰਦਾ। ਉਹ ਵੈਲੂਏਸ਼ਨ ਵਾਸਤੇ ਬੈਂਕ ਦੇ ਇੱਕ ਬੰਦੇ ਨੇ ਆਉਣਾ ਹੁੰਦਾ, ਸਿਰਫ ਉਹ 2 ਮਿੰਟ ਵਾਸਤੇ ਆਉਂਦਾ ਘਰੇ ਤੇ ਫੋਟੋਜ਼ ਖਿੱਚ ਕੇ ਚੱਲ ਜਾਂਦਾ।
ਅਗੇਨ ਆਲ ਯੋਰ ਡਿਸੀਜਨ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਟਸ ਓਕੇ ਲੈਟ ਦੈਟ ਪਰਸਨ ਕਮ ਕਿ ਉਹ ਕਿਸੇ ਵੀ ਚੀਜ਼ ਨੂੰ ਟੱਚ ਨਾ ਕਰੇ ਬਿਕਾਜ਼ ਮੈਂ ਆਪਣੇ ਘਰ 'ਚ ਵੀ ਕਰਵਾਈ ਤੇ ਇਸ ਕਰਕੇ ਉਹ ਕੋਈ ਇਹ ਨਹੀਂ ਹੁੰਦਾ ਕਿ ਇਹਦੇ 'ਚ ਕੋਈ ਜ਼ਿਆਦਾ ਡੇਂਜਰ ਨਹੀਂ ਆ ਕਿ ਇੱਕ ਬੰਦਾ ਆਉਂਦਾ ਉਹ ਕਿਸੇ ਚੀਜ਼ ਨੂੰ ਟੱਚ ਨਹੀਂ ਕਰ ਰਿਹਾ ਉਹ ਨਾਰਮਲ ਫੋਟੋਜ਼ ਲੈ ਕੇ ਚਲ ਜਾਂਦਾ ਤੁਸੀਂ ਉਹਦੇ ਵਾਸਤੇ ਸਾਰੇ ਡੋਰਸ ਓਪਨ ਰੱਖਦੇ ਹੋ ਮੇਕ ਸ਼ੋਰ ਕਿ ਜੇ ਤੁਹਾਡਾ ਜਿਹੜਾ ਤੁਹਾਡੇ ਘਰ 'ਚ ਆ ਰਿਹਾ ਆ ਅਗਰ ਤੇ ਉਹ ਇਹਦੇ ਸੇਫਟੀ ਮੈਜਰਸ ਕਰ ਸਕਦਾ ਹੈ ਇਫ ਯੂ ਆਰ ਤੇ ਤੁਸੀਂ ਉਹਨੂੰ ਅਲਾਉ ਕਰ ਸਕਦੇ ਅਦਰਵਾਈਜ਼ ਤੁਸੀਂ ਨਹੀਂ ਕਰਨਾ ਚਾਹੁੰਦੇ ਇਟਸ ਆਲ ਯੋਰ ਕਾਲ ਤੁਸੀਂ ਉਹਨਾਂ ਨੂੰ ਨਾ ਕਰ ਸਕਦੇ ਹੋ ਕਿ ਉਹਨਾਂ ਨੇ ਨਹੀਂ ਆਉਣਾ ਜਸਮੀਨ ਜੀ ਇੱਕ ਹੋਰ ਸਵਾਲ ਆਇਆ ਇਹਨਾਂ ਨੇ ਆਪਣੇ ਟੈਨੈਂਟ ਨੂੰ ਜਿਹੜਾ ਸੀਗਾ 2 ਮਹੀਨੇ ਦਾ ਨੋਟਿਸ ਕਹਿੰਦੇ ਮੈਂ ਉਹਨਾਂ ਨੂੰ ਦੇ ਚੁੱਕਿਆ 60 ਦਿਨ ਤੇ ਉਹ ਅਜੇ ਵੀ ਜਿਹੜਾ ਆ ਉੱਥੋਂ ਨਹੀਂ ਐਵਿਕਟ ਕਰ ਰਿਹਾ ਔਰ ਇਹਨਾਂ ਨੇ 29 ਜਨਵਰੀ 2020 ਦਾ ਜਿਹੜਾ ਆ ਉਹ ਨੋਟਿਸ ਦਿੱਤਾ ਸੀਗਾ ਠੀਕ ਹੈ ਜੀ ਵੈਸੇ ਜਿਹੜੀ ਆ 24 ਅਪ੍ਰੈਲ ਨੂੰ ਇਹਨਾਂ ਦੀ ਹੀਅਰਿੰਗ ਵੀ ਆ ਵੀਕੈਟ ਦੇ ਵਿੱਚ ਸੋ ਜਸਟ ਮਤਲਬ ਇਹ ਜਾਣਨਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ ਵੀਕੈਟ ਜਿਹੜੀ ਆ ਇਹਨਾਂ ਦੇ ਪੱਖ 'ਚ ਜਾ ਸਕਦੀ ਆ ਜਾਂ ਸਿਚੁਏਸ਼ਨ ਨੂੰ ਵੇਖਦੇ ਹੋਏ ਕਿਸੇ ਹੋਰ ਪਾਸੇ ਮਤਲਬ ਵੀਕੈਟ ਜੇ ਆਪਾਂ ਓਵਰਆਲ ਗੱਲ ਕਰ ਲਈਏ ਜਸਮੀਨ ਜੀ ਕੀ ਵੀਕੈਟ ਦੇ ਪੱਲੇ ਜਾਂ ਉਹਦੇ ਕੋਈ ਇੰਨੀ ਪਾਵਰ ਹੁੰਦੀ ਆ ਕਿ ਕਿਸੇ ਨੂੰ ਬਾਹਰ ਕੱਢ ਸਕਦੀ ਆ ਕਿ ਜਾਂ ਸਿਰਫ ਉਹ ਕਹਿੰਦੀ ਆ ਬਿਲਕੁਲ ਜੀ ਨਹੀਂ ਬਿਲਕੁਲ ਉਹਨਾਂ ਕੋਲ ਸਾਰੀ ਪਾਵਰ ਹੈਗੀ ਆ ਵੀਕੈਟ ਮੈਂਬਰ ਤੋਂ ਸਾਰੀ ਪਾਵਰ ਹੁੰਦੀ ਆ ਕਿਉਂਕਿ ਲੈਜਿਸਲੇਸ਼ਨ ਜਿਵੇਂ 6 ਮੰਥਸ ਆ ਵੀ ਪਹਿਲਾਂ ਕਹਿ ਰਹੇ ਸੀਗੇ ਕਿ ਉਦੋਂ ਤੱਕ ਹਲੇ ਲੈਜਿਸਲੇਸ਼ਨ ਨਹੀਂ ਆਇਆ ਸੀਗਾ ਕਿ 6 ਮੰਥ ਦੀ ਐਵਿਕਸ਼ਨ ਸੇ ਰੋਕ ਲੱਗੀ ਆ ਬਟ ਜਿਵੇਂ ਇਹਨਾਂ ਨੇ 20 ਇਹਨਾਂ ਦੇ ਮਤਲਬ ਜਨਵਰੀ 'ਚ ਇਹਨਾਂ ਨੇ ਨੋਟਿਸ ਦਿੱਤਾ ਸੀਗਾ ਟੈਨੈਂਟ ਕੋਲੇ ਮੋਰ ਦੈਨ ਇਨਫ ਟਾਈਮ ਸੀਗਾ ਕਿ ਉਹ ਆਪਣੇ ਵਾਸਤੇ ਘਰ ਲੱਭ ਸਕਦਾ ਸੀਗਾ ਡਿਪੈਂਡ ਕਰਦਾ ਕਿ ਇਹਨਾਂ ਨੇ ਨੋਟਿਸ ਕਾਹਦਾ ਦਿੱਤਾ ਆ ਸਿਰਫ ਇੱਕੋ ਸੂਰਤ ਤੇ ਵੀਕੈਟ ਮੈਂਬਰ ਜਿਹੜਾ ਇਸ ਟਾਈਮ ਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਕੋ ਸੂਰਤ 'ਚ ਇਹਨਾਂ ਦੇ ਫੇਵਰ 'ਚ ਡਿਸੀਜਨ ਰਹੇਗਾ ਜੇ ਇਹਨਾਂ ਨੇ ਆਪ ਵਾਪਸ ਪ੍ਰਾਪਰਟੀ 'ਚ ਮੂਵ ਹੋਣਾ ਆ ਪਰ ਜੇ ਇਹਨਾਂ ਨੇ ਨੋਟਿਸ ਦਿੱਤਾ ਹੈ ਕਿ ਮੈਂ ਪ੍ਰਾਪਰਟੀ ਸੈਲ ਕਰਨੀ ਆ ਜਾਂ ਰੈਨੋਵੇਟ ਕਰਨੀ ਆ ਤੇ ਨਹੀਂ ਦਊਗਾ ਸਿਰਫ ਇੱਕੋ ਸੂਰਤ 'ਚ ਇਸ ਟਾਈਮ ਤੇ ਜਿਹੜਾ ਮਤਲਬ ਇਹ ਜਦ ਦਿੱਤਾ ਜਾ ਸਕਦਾ ਫੇਵਰ ਜੇ ਲੈਂਡਲੋਰਡ ਨੇ ਆਪ ਘਰ ਮੂਵ ਕਰਨਾ ਹੈ ਤੇ ਉਹ ਵੀ ਡਿਪੈਂਡ ਕਰਦਾ ਕਿ ਜੇ ਲੈਂਡਲੋਰਡ ਇਹ ਪ੍ਰੂਵ ਕਰਦਾ ਕਿ ਮੇਰੇ ਕੋਲ ਹੋਰ ਕਿਤੇ ਰਹਿਣ ਲਈ ਜਗ੍ਹਾ ਨਹੀਂ ਹੈਗੀ ਅਦਰਵਾਈਜ਼ ਨੋ ਐਵਿਕਸ਼ਨ ਫॉर 6 ਮੰਥਸ ਜਸਮੀਨ ਜੀ ਕਿਤੇ ਵੀ ਅਗਰ ਤੁਸੀਂ ਹੁਣ ਰੈਂਟ ਰਿਲੀਫ ਲੈ ਲੈਂਦੇ ਹੋ ਹਨਾ ਤੇ ਬਾਕੀ ਤੁਸੀਂ ਚਲੋ ਆਪਣਾ ਕਿਰਾਇਆ ਤਾਂ ਤੁਸੀਂ ਦੇ ਹੀ ਜਾ ਰਹੇ ਹੋ ਤੁਸੀਂ ਪਹਿਲਾਂ ਵੀ ਇੱਕ ਦੂਸਰੇ ਨਾਲ ਗੱਲਬਾਤ ਜਿਹੜੀ ਆ ਕਰ ਲਈ ਆ ਪਰ ਸਵਾਲ ਇਹ ਹੁੰਦਾ ਕਿ ਕੀ ਇਹ ਕੁਝ ਜਿੱਦਾਂ ਕ੍ਰੈਡਿਟ ਹਿਸਟਰੀ ਵਾਲੀ ਗੱਲ ਨਹੀਂ ਆ ਜਾਂਦੀ ਵੀ ਤੁਸੀਂ ਇੱਕ ਵਾਰੀ ਕ੍ਰੈਡਿਟ ਕਾਰਡ ਜਿਹੜਾ ਦਿੱਤਾ ਜਾਂ ਤੁਹਾਡੀਆਂ ਪੇਮੈਂਟਸ ਰਹਿ ਗਈਆਂ ਹੁਣ ਸਾਨੂੰ ਹਮੇਸ਼ਾ ਡਰ ਜਾ ਰਹਿ ਜਾਂਦਾ ਹੁੰਦਾ ਮੇਰੀ ਕ੍ਰੈਡਿਟ ਹਿਸਟਰੀ ਦੇ ਉੱਤੇ ਚੜ੍ਹਨਾ ਕਿ ਨਹੀਂ ਸੋ ਇਹ ਕੀ ਤੁਹਾਡੀ ਰੈਂਟਲ ਹਿਸਟਰੀ ਦੇ ਉੱਤੇ ਕੱਲ੍ਹ ਨੂੰ ਆਊਗਾ ਕਿਤੇ ਅਫੈਕਟ ਕਰ ਸਕਦਾ ਇਹ ਵੀ ਇੱਕ ਸਾਡੇ ਕੋਲ ਸਵਾਲ ਆਇਆ ਹਾਂਜੀ ਮੈਂ ਇਹ ਚੀਜ਼ ਨਾ ਜਿਹੜੀ ਕ੍ਰੈਡਿਟ ਹਿਸਟਰੀ ਆ ਜਾਂ ਰੈਂਟਲ ਹੈ ਇਹਦੇ ਬਾਰੇ ਨਾ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਕਲੀਅਰ ਕਰਦੀ ਹਾਂ ਕਿ ਇਹ ਕਿੱਥੇ ਕੁ ਡਰਨ ਦੀ ਜ਼ਰੂਰਤ ਹੈ ਜਾਂ ਕਿੱਥੇ ਨਾਰਮਲ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਕ੍ਰੈਡਿਟ ਹਿਸਟਰੀ ਖਰਾਬ ਹੋ ਜਾਂਦੀ ਆ ਇੱਕ ਹੁੰਦਾ ਰੈਂਟਲ ਹਿਸਟਰੀ ਤੁਹਾਡੀ ਖਰਾਬ ਹੁੰਦੀ ਹੈ ਕਿ ਕ੍ਰੈਡੀਬਿਲਿਟੀ ਖਰਾਬ ਹੋ ਜਾਂਦੀ ਆ ਕ੍ਰੈਡੀਬਿਲਿਟੀ ਤੁਹਾਡੀ ਉਦੋਂ ਖਰਾਬ ਹੁੰਦੀ ਹੈ ਕਿ ਜਦੋਂ ਤੁਸੀਂ ਜਿਹੜਾ ਬਣਦਾ ਅਮਾਉਂਟ ਆ ਉਹ ਰੀਅਲ ਏਸਟੇਟ ਨੂੰ ਪੇ ਕਰੇ ਤੋਂ ਬਿਨਾਂ ਉੱਥੋਂ ਚਲ ਜਾਂਦੇ ਆ ਤੇ ਵੀਕੈਟ ਤੁਹਾਨੂੰ ਇਹ ਆਰਡਰ ਕਿਉਂਕਿ ਕ੍ਰੈਡੀਬਿਲਿਟੀ ਦੇ ਇਹਦੇ ਕਰਕੇ ਸਾਨੂੰ ਵੀਕੈਟ ਤੋਂ ਆਰਡਰ ਲੈਣਾ ਪੈਂਦਾ ਵੀਕੈਟ ਸਾਨੂੰ ਆਰਡਰ ਕਰ ਦਿੰਦੀ ਹੈ ਕਿ ਇਹ ਇਨਸਾਨ ਨੇ ਇੰਨੇ ਪੈਸੇ ਤੁਹਾਨੂੰ ਜਾਂ ਲੈਂਡਲੋਰਡ ਨੂੰ ਪੇ ਕਰਨੇ ਆ ਤੇ ਜੇ ਉਹ ਇਨਸਾਨ ਉਹ ਟੈਨੈਂਟ ਬਿਨਾਂ ਪੈਸੇ ਪੇ ਕਰੇ ਚਲ ਜਾਂਦਾ ਤੇ ਫਿਰ ਇੱਥੇ ਇੱਕ ਵੈਬਸਾਈਟ ਹੁੰਦੀ ਜਿਹਦੇ ਤੇ ਅਸੀਂ ਉਸ ਟੈਨੈਂਟ ਨੂੰ ਬਲੈਕਲਿਸਟ ਕਰ ਦਿੰਦੇ ਆ ਉਹ ਬਲੈਕਲਿਸਟ ਹੁੰਦਾ ਕ੍ਰੈਡੀਬਿਲਿਟੀ ਉਹ ਕ੍ਰੈਡੀਬਿਲਿਟੀ ਖਰਾਬ ਹੋ ਜਾਂਦੀ ਆ ਦੂਸਰੀ ਆਉਂਦੀ ਹੈ ਰੈਂਟਲ ਹਿਸਟਰੀ ਜਦੋਂ ਅਸੀਂ ਕਹਿੰਦੇ ਤੁਹਾਡੀ ਰੈਂਟਲ ਹਿਸਟਰੀ ਖਰਾਬ ਹੋ ਚੁੱਕੀ ਰੈਂਟਲ ਹਿਸਟਰੀ ਹੁੰਦੀ ਕਿ ਜੇ ਤੁਸੀਂ ਆਪਣੇ ਰੈਂਟ ਲੇਟ ਪੇ ਕਰ ਰਹੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਲੈਜਰ ਖਰਾਬ ਹੋ ਜਾਂਦਾ ਆ ਲੈਜਰ ਵਿੱਚ ਆ ਜਾਂਦਾ ਕਿ ਤੁਸੀਂ ਇੱਕ ਦਿਨ ਰੈਂਟ ਪੇ ਲੇਟ ਕੀਤਾ 2 ਦਿਨ ਕੀਤਾ 3 ਦਿਨ ਕੀਤਾ ਫੁੱਲ ਸਾਰੀ ਡਿਟੇਲ ਉਹ ਲੈਜਰ 'ਚ ਹੁੰਦੀ ਆ ਮੰਨ ਲਓ ਤੁਹਾਡੇ ਪ੍ਰਾਪਰਟੀ ਮੈਨੇਜਰ ਚੰਗਾ ਵੀ ਉਹ ਕਹਿ ਵੀ ਦਿੰਦਾ ਕਿ ਨਹੀਂ ਹੀ ਇਜ਼ ਓਕੇ ਲੈਜਰ ਤੁਹਾਡਾ ਸਾਫ਼ ਸ਼ਬਦਾਂ 'ਚ ਕਲੀਅਰ ਕਰ ਦਿੰਦਾ ਹੈ ਬਿਲਕੁਲ ਸਾਫ਼ ਕਲੀਅਰ ਕਰ ਦਿੰਦਾ ਹੈ ਕਿ ਇੰਨੇ ਦਿਨ ਰੈਂਟ ਪੇ ਕੀਤਾ ਭਾਵੇਂ ਉਹ $10 ਘੱਟ ਪੇ ਕੀਤੇ ਭਾਵੇਂ ਤੁਸੀਂ $20 ਘੱਟ ਪੇ ਕੀਤੇ ਉਹ ਸਾਫ਼ ਤੇ ਉਹਦੇ ਤੇ ਉਹ ਬਹੁਤ ਇਫੈਕਟ ਕਰਦਾ ਇਨਫੈਕਟ ਜਦੋਂ ਤੁਸੀਂ ਲੋਨ ਵੀ ਲੈਂਦੇ ਹੋ ਜਦੋਂ ਤੁਸੀਂ ਪਰਸਨਲ ਲੋਨ ਲੈਂਦੇ ਹੋ ਜਾਂ ਕੋਈ ਵੀ ਲੋਨ ਲੈਂਦੇ ਹੋ ਤੇ ਉਹ ਸਭ ਤੋਂ ਪਹਿਲਾਂ ਲੈਜਰ ਮੰਗਦੇ ਆ ਉਹ ਲੈਜਰ ਇਸੇ ਕਰਕੇ ਮੰਗਦੇ ਹੋ ਤੁਹਾਡਾ ਦੇਖਦੇ ਆ ਕਿ ਇਹਨੇ ਕਿੰਨੇ ਦਿਨ ਰੈਂਟ ਲੇਟ ਪੇ ਕੀਤਾ ਹੁਣ ਇਸ ਵਾਲੀ ਸਿਚੁਏਸ਼ਨ 'ਚ ਤਾਂ ਹੀ ਅਸੀਂ ਇਹੀ ਕੋਸ਼ਿਸ਼ ਕਰਦੇ ਹੁੰਦੇ ਕਿ ਸਾਡੇ ਟੈਨੈਂਟਸ ਆ ਕਿਉਂਕਿ ਅਸੀਂ ਇਹਦੇ ਵਿੱਚ ਇਹ ਨਹੀਂ ਵੀ ਡੋਂਟ ਨੋ ਕਿ ਉਸ ਇਨਸਾਨ ਨੇ ਲੈਜਰ ਕਦੋਂ ਕਿੱਥੇ ਦੇਣਾ ਆ ਦੂਸਰਾ ਹੁੰਦਾ ਰੈਂਟਲ ਰੈਫਰੈਂਸ ਜਿਹੜਾ ਸਾਨੂੰ ਵਰਬਲੀ ਰੈਂਟਲ ਰੈਫਰੈਂਸ ਲਿੱਤੀ ਜਾਂਦੀ ਆ ਉਹਦੇ ਵਿੱਚ ਅਸੀਂ ਦੱਸਣਾ ਹੁੰਦਾ ਕਿ ਇੰਨੇ ਦਿਨ ਘੱਟ ਕੀਤਾ ਇੰਨੇ ਦਿਨ ਕਈ ਟੈਨੈਂਟਸ ਵਾਕਈ ਉਹ ਜੈਨੂਇਨ ਹਾਰਡਸ਼ਿਪ 'ਚੋਂ ਲੰਘ ਰਹੇ ਹੁੰਦੇ ਆ ਤੇ ਅਸੀਂ ਜਦੋਂ ਰੈਂਟਲ ਰੈਫਰੈਂਸ ਦਿੰਦੇ ਆ ਤੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਹੁੰਦੇ ਆ ਕਿ ਆਹ ਟੈਨੈਂਟ ਨੇ ਇੰਨੇ ਦਿਨ ਰੈਂਟ ਪੇ ਲੇਟ ਪੇ ਕੀਤਾ ਬਟ ਇਹਦਾ ਰੀਜ਼ਨ ਆਹ ਸੀਗਾ ਜਦੋਂ ਟੈਨੈਂਟ ਸਾਨੂੰ ਆਪ ਅੱਗੋਂ ਕਾਲ ਕਰਕੇ ਦੱਸਦੇ ਆ ਕਿ ਸੌਰੀ ਮੈਂ ਇੰਨੇ ਦਿਨ ਰੈਂਟ ਲੇਟ ਪੇ ਕਰੂੰਗਾ ਬਿਕਾਜ਼ ਮੇਰਾ ਆਹ ਰੀਜ਼ਨ ਆ ਤਾਂ ਕਰਕੇ ਹੁਣ ਆ ਪੈਂਡੈਮਿਕ ਦੇ ਵਿੱਚ ਵੀ ਸਾਨੂੰ ਪਤਾ ਹੈ ਕਿ ਕਿਹੜੇ ਜਨਰਲ 'ਚ ਹਾਰਡਸ਼ਿਪ ਜਿਹੜੀ ਆ ਉਹ ਫੇਸ ਕਰ ਰਹੇ ਆ
ਪਤਾ ਹੀ ਹੋਊਗਾ, ਬਟ ਅਗੇਨ ਕਈ ਜਿੱਦਾਂ ਮੈਂ ਕਿਹਾ ਨਾ, ਭਾਵੇਂ ਥੋੜਾ ਥੋੜਾ ਹੀ ਕਰੋ, ਤੁਹਾਡੀ ਰੈਂਟਲ ਹਿਸਟਰੀ ਤੇ ਇਫੈਕਟ ਤਾਂ ਪਏਗਾ ਹੀ ਪਏਗਾ। ਜੇ ਕੋਈ ਇਹ ਕਹਿ ਦੇਗਾ ਕਿ ਮੈਂ ਨਹੀਂ ਕਰਨਾ ਪਏ, ਕੀ ਕਰ ਲੈਣਗੇ ਵੱਧ ਤੋਂ ਵੱਧ, ਹਨਾ, ਸਭ ਨੂੰ ਹੀ ਪਤਾ 6 ਮਹੀਨੇ। ਮੇਕ ਸ਼ੋਰ ਗਾਇਜ਼ ਕਿ ਆਪਣੇ ਮਾਈਂਡ 'ਚ ਰੱਖਿਓ ਕਿ ਜਦੋਂ ਵੀ ਉਹ ਘਰ ਛੱਡ ਕੇ ਜਾਣਾ ਆ, ਜੇ ਤੁਸੀਂ ਅਮਾਊਂਟ ਉਹ ਕਰਦੇ ਹੋਏ, ਉਹ ਅੱਜ ਨਹੀਂ ਤੇ 6 ਮਹੀਨਿਆਂ ਬਾਅਦ ਤਾਂ ਤੁਹਾਨੂੰ ਪੇ ਕਰਨੀ ਹੀ ਪਏਗੀ, ਤੇ ਉੱਪਰੋਂ ਤੁਹਾਡੀ ਰੈਂਟਲ ਹਿਸਟਰੀ ਵੀ ਖਰਾਬ ਹੋਗੀ। ਤੇ ਮੇਕ ਸ਼ੋਰ ਕਿ ਤੁਸੀਂ ਜਿੰਨਾ ਵੀ ਅਫੋਰਡ ਕਰ ਸਕਦੇ ਹੋ, ਉਹ ਜ਼ਰੂਰ ਆਪਣਾ ਪੇ ਕਰੋ ਜੀ। ਇਹ ਰੈਂਟਲ ਹਿਸਟਰੀ ਖਰਾਬ ਇਹ ਹੁੰਦਾ, ਅਫੈਕਟ ਕਰਦਾ ਆ, ਬਟ ਇਹ ਤੁਹਾਡੇ ਲੈਜਰ ਨੂੰ ਅਫੈਕਟ ਕਰੇਗਾ। ਡਿਪੈਂਡ ਕਿ ਤੁਸੀਂ ਉਹ ਲੈਜਰ ਕਿੱਥੇ ਯੂਜ਼ ਕਰਨਾ ਆ। ਜੇ ਤੁਸੀਂ ਉਹ ਲੈਜਰ ਕਿਸੇ ਲੋਨ ਵਾਸਤੇ, ਐਪਲੀਕੇਸ਼ਨ ਵਾਸਤੇ ਯੂਜ਼ ਕਰਦੇ ਆ, ਤੇ ਤੁਹਾਡਾ ਰੈਂਟ ਫਿਊ ਡੇਜ਼ ਲੇਟ ਆ, ਤੁਸੀਂ ਗ੍ਰਾਂਟ ਤੇ ਲਿੱਤੀ ਆ, ਤੇ ਜਦੋਂ ਵੀ ਉਹ ਲੈਜਰ ਕਿਤੇ ਪ੍ਰੋਵਾਈਡ ਕਰੋਗੇ, ਨਾਲ ਇੱਕ ਕਵਰ ਲੈਟਰ ਲਿਖ ਕੇ ਜਾਂ ਥੋੜਾ ਆਪਣੇ ਡਾਕੂਮੈਂਟਸ ਇਹੋ ਜਿਹੇ ਲਗਾ ਦਿਓ ਕਿ ਜਿਹੜਾ ਉਹ ਲੈਜਰ 'ਚ ਅਗਰ ਜਿੱਦਾਂ ਅਰੀਅਰਸ ਆਏ ਹੋਣਗੇ, ਤੇ ਉਹਨੂੰ ਐਕਸਪਲੇਨ ਕਰਦਾ ਹੋਵੇਗਾ ਕਿ ਕਿਉਂ ਆਏ ਸੀਗੇ। ਡੋਂਟ ਅਸਿਊਮ ਕਿ ਉਹਨਾਂ ਨੂੰ ਪਤਾ ਹੀ ਆ ਕਿ ਆਹ ਦਿਨ ਔਖੇ ਚੱਲਦੇ ਸੀਗੇ ਤੇ ਇਸ ਕਰਕੇ ਆਇਆ। ਤੇ ਮੇਕ ਸ਼ੋਰ ਕਿ ਤੁਸੀਂ ਜਦੋਂ ਵੀ ਫਿਊਚਰ 'ਚ ਯੂਜ਼ ਮਤਲਬ ਇਹ ਹੈ ਕਰਦੇ ਹੋ। ਕਿ ਮੈਂ ਸਮਝ ਸਕਦਾ ਕਿ ਆਪਾਂ ਆਪਣੀ ਜਿਹੜੀ ਆ ਤਿਆਰੀ ਰੱਖੀ, ਆਪਾਂ ਬਿਲਕੁਲ ਉਹ ਜਿਹੜਾ ਉਹਨਾਂ ਦੇ ਉੱਤੇ ਵੀ ਨਾ ਸੁੱਟ ਦਈਏ। ਸ਼ੁਕਰੀਆ ਤੁਹਾਡਾ ਜਸਮੀਨ ਜੀ, ਬੜੀ ਸੋਹਣੀ ਜਾਣਕਾਰੀ ਰਹੀ, ਤੇ ਉਮੀਦ ਕਰਦੇ ਹਾਂ ਦੋਸਤਾਂ ਦੇ ਲਈ ਵੀ ਜਿਹੜੀ ਆ ਲਾਹੇਵੰਦ ਰਹੀ ਹੋਊਗੀ। ਫਿਰ ਵੀ ਜਾਂਦੇ ਜਾਂਦੇ ਕੋਈ ਪੁਆਇੰਟ ਮੈਂ ਮਿਸ ਕਰ ਗਿਆ ਵਾਂ, ਕੋਈ ਸਵਾਲ ਜਾਂ ਤੁਹਾਡੇ ਕੋਲੋਂ ਕੋਈ ਪੁਆਇੰਟ ਜਿਹੜਾ ਤੁਸੀਂ ਦੱਸਣ ਵਾਲਾ ਰਹਿੰਦਾ ਹੋਵੇ, ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਪਲੀਜ਼। ਬਸ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਇਹ ਰੈਂਟਲ ਰਿਲੀਫ ਆ, ਜਦੋਂ ਇੱਕ ਚੀਜ਼ ਜਿਹੜੀ ਇੰਪੋਰਟੈਂਟ ਸੀਗੀ, ਜੇ ਮੰਨ ਲਓ ਤੁਸੀਂ ਜਦੋਂ ਹੀ ਰੈਂਟਲ ਰਿਲੀਫ ਵਾਸਤੇ ਐਪਲੀਕੇਸ਼ਨ ਪਾ ਦਿੰਦੇ ਹੋ, ਐਲੀਜੀਬਲ ਹੋ ਜਾਂਦੇ ਹੋ, ਪ੍ਰੋਪਰ ਤੁਹਾਡਾ ਪ੍ਰੋਸੈਸ ਹੋ ਜਾਂਦਾ, ਤੁਹਾਨੂੰ ਫਿਰ ਉੱਥੋਂ ਈਮੇਲ ਆਊਗੀ। ਜਿੱਦਾਂ ਹੀ ਤੁਸੀਂ ਰੈਂਟਲ ਰਿਲੀਫ ਵਾਸਤੇ ਸੈਂਡ ਕਰਦੇ ਹੋ, ਆਪਣਾ ਐਗਰੀਮੈਂਟ ਸੈਂਡ ਕਰਦੇ ਹੋ, ਤੁਹਾਨੂੰ ਉਹਨਾਂ ਵੱਲੋਂ ਇੱਕ ਈਮੇਲ ਆਏਗੀ, ਜਿਹਦੇ ਵਿੱਚ ਤੁਹਾਡੇ ਕੋਲੋਂ ਕੁਝ ਰਿਕੁਆਇਰਡ ਡਿਟੇਲਸ ਮੰਗੀਆਂ ਹੋਣਗੀਆਂ, ਜਿਨ੍ਹਾਂ ਨੂੰ ਤੁਸੀਂ ਕੰਪਲੀਟ ਕਰਨਾ। ਇੱਕ ਅਸੈਸਮੈਂਟ ਹੋਊਗੀ, ਉਹਨੂੰ ਤੁਸੀਂ 14 ਦਿਨ ਦੇ ਅੰਦਰ, 14 ਬਿਜ਼ਨਸ ਡੇ ਦੇ ਅੰਦਰ ਕੰਪਲੀਟ ਕਰਨਾ ਹੋਏਗਾ, ਉਹ ਅਸੈਸਮੈਂਟ ਨੂੰ, ਆਪਣੀ ਐਪਲੀਕੇਸ਼ਨ ਨੂੰ ਕੰਪਲੀਟ ਕਰਨ ਵਾਸਤੇ। ਫਿਰ ਜਿੱਦਾਂ ਹੀ ਤੁਸੀਂ ਉਹ ਅਸੈਸਮੈਂਟ ਕੰਪਲੀਟ ਕਰ ਦਿੰਦੇ ਹੋ, ਤੇ ਉਹ ਅਸੈਸਮੈਂਟ ਆ ਜਾਂਦੀ ਹੈ ਕਿ ਤੁਸੀਂ, ਹੋ ਸਕਦਾ ਹੈ, ਤੇ ਜੇ ਤੁਸੀਂ ਉਹ 14 ਦਿਨਾਂ ਦੇ ਅੰਦਰ ਨਹੀਂ ਕੰਪਲੀਟ ਕਰਦੇ, ਤੇ ਹੋ ਸਕਦਾ ਹੈ ਕਿ ਤੁਹਾਡੀ ਇਨਐਲੀਜੀਬਲ ਆ ਜੇ। ਇਸ ਕਰਕੇ ਮੇਕ ਸ਼ੋਰ ਕਿ ਜਿੱਦਾਂ ਹੀ ਤੁਸੀਂ ਉਹ ਲਾਂਚ ਕਰ ਦਿੰਦੇ ਹੋ, ਤੁਹਾਨੂੰ ਈਮੇਲ ਜਿਹੜੀ ਆਉਂਦੀ ਆ, ਉਹਦੇ 'ਚ ਸਾਰੀਆਂ ਰਿਕੁਆਇਰਡ ਡਿਟੇਲਸ ਤੁਸੀਂ ਜ਼ਰੂਰ ਸੈਂਡ ਕਰ ਦਿਓ 14 ਦਿਨਾਂ ਦੇ ਅੰਦਰ। ਤੇ ਜਿੱਦਾਂ ਹੀ ਤੁਸੀਂ ਸੈਂਡ ਕਰਦੇ ਹੋ, ਫਿਰ ਉਸ ਤੋਂ ਬਾਅਦ ਜੇ ਤੁਸੀਂ ਗ੍ਰਾਂਟ ਹੋ ਜਾਂਦੀ ਹੈ, ਤੁਹਾਡੀ ਐਪਲੀਕੇਸ਼ਨ ਅਗਰ ਅਪਰੂਵਡ ਹੋ ਜਾਂਦੀ ਆ, ਤੇ ਤੁਹਾਨੂੰ ਜਿਹੜੀ ਰੈਂਟਲ ਰਿਲੀਫ ਪੇਮੈਂਟ ਹੈ, ਟਿਪੀਕਲੀ ਇਹਦੇ ਪ੍ਰੋਸੈਸ ਵਿਦਿਨ 2 ਵੀਕਸ ਵਿੱਚ ਤੁਹਾਨੂੰ ਪੇਮੈਂਟ ਆ ਜਾਏਗੀ। ਤੁਹਾਨੂੰ ਨਹੀਂ, ਮਤਲਬ ਲੈਂਡਲॉर्ड ਨੂੰ ਉਹ ਜਿਹੜੀ ਪੇਮੈਂਟ ਆ ਉਹ ਆ ਜੂਗੀ। ਤੇ ਇਹ ਜਿਹੜੀ ਪੇਮੈਂਟ ਹੈ ਟਿਪੀਕਲ ਸਟ੍ਰਿਕਟਲੀ ਸਿਰਫ ਰੈਂਟ ਵਾਸਤੇ ਆ, ਜਿਹੜੀ ਰੈਂਟਲ ਹਾਰਡਸ਼ਿਪ ਵਾਸਤੇ ਆ। ਇਹ ਤੁਹਾਡੀ ਤੁਸੀਂ ਪਰਸਨਲ ਹੋਰ ਕਿਸੇ ਵੀ ਯੂਜ਼ ਵਾਸਤੇ, ਮਤਲਬ ਨਾਨ ਰੈਂਟਲ ਐਕਸਪੈਂਸਿਸ ਲਈ ਨਹੀਂ ਯੂਜ਼ ਕਰ ਸਕਦੇ। ਤੇ ਇਹ ਗ੍ਰਾਂਟ ਜਿਹੜੀ ਆ ਤੁਹਾਨੂੰ ਵਾਪਸ ਕਿਤੇ ਵੀ ਨਹੀਂ ਕਰਨੀ ਪਏਗੀ। ਦੈਟ ਇਜ਼ ਇਹ ਗ੍ਰਾਂਟ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ, ਐਂਡ ਦੈਟਸ ਆਲ। ਬਹੁਤ ਬਹੁਤ ਸ਼ੁਕਰੀਆ ਜਸਮੀਨ ਜੀ ਤੁਹਾਡਾ ਸਾਰੀ ਜਾਣਕਾਰੀ ਦੇਣ ਦੇ ਲਈ। ਔਰ ਸਾਡੇ ਕੋਲ ਇਹ ਵੀ ਕੁਝ ਸਵਾਲ ਨੇ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਆ, ਉਹਦੇ ਉੱਤੇ ਵੀ ਰੈਂਟਲ ਰਿਲੀਫ ਹੈਗੀ ਆ, ਤੇ ਆਪਾਂ ਜ਼ਰੂਰ ਉਹਦੀ ਵੀ ਜਾਣਕਾਰੀ ਲੈ ਕੇ ਆਈਏ। ਜੀ ਬਿਲਕੁਲ। ਕੋਸ਼ਿਸ਼ ਕਰਿਓ ਕਿ ਤੁਸੀਂ ਉਹਦੇ ਬਾਰੇ ਵੀ ਜਿਹੜਾ ਆ ਅਪਡੇਟ ਸਾਨੂੰ ਦਿਓ, ਕਿਉਂਕਿ ਤੁਹਾਡੀ ਸਪੈਸ਼ਲਿਟੀ ਜਿਹੜੀ ਆ ਰੈਜ਼ੀਡੈਂਸ਼ੀਅਲ ਦੇ ਵਿੱਚ ਆਉਂਦੀ ਆ। ਪਰ ਉਸ ਐਂਗਲ ਤੋਂ ਵੀ ਆਪਾਂ ਜ਼ਰਾ ਸਾਰਿਆਂ ਨੂੰ ਸਮਝਾ ਸਕੀਏ ਕਿ ਕੀ ਉਧਰਲੇ ਪਾਸਿਓਂ ਤੇ ਕਿਵੇਂ ਉਧਰਲੇ ਪਾਸਿਓਂ ਕਰ ਸਕਦੇ ਹਾਂ। ਤੇ ਉਮੀਦ ਕਰਦੇ ਹਾਂ ਸਾਡੇ ਦੋਸਤਾਂ ਦਾ ਵੀ ਦਿਨ ਵਧੀਆ ਜਾਊਗਾ। ਥੈਂਕ ਯੂ ਵੈਰੀ ਮਚ ਤੁਹਾਡਾ ਜਸਮੀਨ ਜੀ। ਥੈਂਕ ਯੂ ਗੁਰਜੋਤ ਜੀ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇਹ ਸਨ ਜੈਸਮੀਨ ਜੀ। ਵੈਸੇ ਤੁਸੀਂ ਇਹਨਾਂ ਦੀ ਆਵਾਜ਼ ਜਿਹੜੀ ਆ ਬਹੁਤ ਸਾਰੇ ਸਾਡੇ ਪ੍ਰੋਗਰਾਮਸ ਦੇ ਵਿੱਚ ਸੁਣਦੇ ਹੋ, ਐਤਵਾਰ ਦੇ ਦਿਨ ਔਰ ਬੁੱਧਵਾਰ ਦੇ ਦਿਨ ਇਹਨਾਂ ਦੇ ਪ੍ਰੋਗਰਾਮ, ਜਿਸ ਦੇ ਵਿੱਚ ਨੋਟਬੁੱਕ ਪ੍ਰੋਗਰਾਮ ਇਹਨਾਂ ਦਾ ਸ਼ੇਰੋ ਸ਼ਾਇਰੀ ਦੇ ਨਾਲ ਸੰਬੰਧਿਤ। ਪਰ ਵੈਸੇ ਜਦੋਂ ਇਹਨਾਂ ਦੀ ਬੈਕਗਰਾਊਂਡ ਦੀ ਗੱਲ ਕਰਦੇ ਹਾਂ ਤਾਂ ਇੱਕ ਮੈਨੇਜ ਕਰਦੇ ਨੇ ਜੀ, ਪ੍ਰੋਪਰਟੀ ਮੈਨੇਜਰ ਨੇ। ਸੋ ਇਸ ਕਰਕੇ ਇਹਨਾਂ ਵੱਲੋਂ ਸਾਨੂੰ ਜਿਹੜੀ ਆ ਜਾਣਕਾਰੀ ਦਿੱਤੀ ਗਈ। ਥੈਂਕ ਯੂ ਵੈਰੀ ਮਚ। ਇਹਨਾਂ ਦਾ ਵੀ ਬੜੀ ਡਿਟੇਲ ਦੇ ਵਿੱਚ ਜਿਹੜੀ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ। ਉਮੀਦ ਕਰਦੇ ਹਾਂ ਕਿ ਜਿਹੜਾ ਰੈਜ਼ੀਡੈਂਸ਼ੀਅਲ ਆ, ਜਿਹੜੇ ਘਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿਰਾਏ ਵਾਲਾ ਮਸਲਾ, ਉਹ ਲਗਭਗ ਆਪਣਾ ਜ਼ਰੂਰ ਹੁਣ ਹੱਲ ਹੋ ਗਿਆ ਹੋਊਗਾ। ਅਤੇ ਇਹ ਇੱਕ ਉਮੀਦ ਵੀ ਆ ਕਿ ਇਹ ਸਾਰਿਆਂ ਦੇ ਲਈ ਹੀ ਗ੍ਰਾਂਟ ਹੈ, ਕਿਉਂਕਿ ਕਿਤੇ ਵੀ ਇਹ ਲਿਖਿਆ ਨਹੀਂ ਮਿਲਦਾ ਇਹਦੇ ਵਿੱਚ ਕਿ ਇਹ ਗ੍ਰਾਂਟ ਜਿਹੜੀ ਆ ਸਿਰਫ ਅਤੇ ਸਿਰਫ ਪਰਮਾਨੈਂਟ ਰੈਜ਼ੀਡੈਂਟ ਔਰ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਲਈ ਹੀ ਆ। ਸੋ ਇਸ ਦਾ ਮਤਲਬ ਇਹ ਆ ਕਿ ਇਸ ਦੇ ਲਈ ਐਲੀਜੀਬਿਲਟੀ ਸਭ ਤੋਂ ਪਹਿਲੀ ਤਾਂ ਇਹ ਆ ਕਿ ਤੁਸੀਂ ਕਿਰਾਏਦਾਰ ਹੋਣੇ ਚਾਹੀਦੇ ਹੋ। ਅਤੇ ਦੂਜੀ ਸੌਖੀ ਜੀ ਗੱਲ ਜੋ ਜੈਸਮੀਨ ਜੀ ਨੇ ਸਾਨੂੰ ਦੱਸੀ ਆ ਕਿ 30% ਜਿਹੜੀ ਆ ਤੁਹਾਡੀ ਇਨਕਮ ਜਿਹੜੀ ਆ, ਉਹ ਇਨਕਮ ਦਾ ਹਿੱਸਾ ਜਿਹੜਾ ਆ ਤੁਸੀਂ ਕਿਰਾਏ ਦੇ ਵਿੱਚ ਦੇ ਰਹੇ ਹੋ। ਜਦੋਂ ਵੀਕਲੀ ਤੁਸੀਂ ਗੱਲ ਕਰਦੇ ਹੋ, ਅਤੇ ਜਿਹੜੀ ਤੁਹਾਡੀ ਹਾਊਸ ਹੋਲਡ ਇਨਕਮ ਆ, ਪੂਰੇ ਘਰ ਦੀ ਇਨਕਮ ਆ, $1903 ਤੋਂ ਹੇਠਾਂ ਜਿਹੜੀ ਆ ਹੋਣੀ ਚਾਹੀਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ, ਔਰ ਨਾਲ ਤੁਹਾਡਾ $5000 ਜਿਹੜਾ ਆ, ਤੁਹਾਡੇ $5000 ਤੋਂ ਘੱਟ ਸੇਵਿੰਗ ਜਿਹੜੀ ਆ ਤੁਹਾਡੇ ਅਕਾਊਂਟ 'ਚ ਹੋਵੇ। ਕੰਜ਼ਿਊਮਰ ਅਫੇਅਰ ਆਸਟ੍ਰੇਲੀਆ, ਇਹਨਾਂ ਦੇ ਜ਼ਰੀਏ ਤੁਸੀਂ ਸਾਰਾ ਕੁਛ ਕਰਨਾ। ਪਰ ਸਭ ਤੋਂ ਪਹਿਲਾ ਕੰਮ ਇਹ ਆ ਜੀ,
ਅਗਰ ਲੈਂਡਲੋਰਡ ਦੇ ਨਾਲ ਤੁਸੀਂ ਸਾਈਨ ਕੀਤੀ ਆ ਡੀਲ ਆਪਣੀ ਤੇ ਲੈਂਡਲੋਰਡ ਨਾਲ ਕੰਟੈਕਟ ਕਰੋ। ਅਗਰ ਲੈਂਡਲੋਰਡ ਦੇ ਨਾਲ ਨਹੀਂ ਕੀਤੀ ਤੇ ਜਿਹੜੇ ਮੈਨੇਜਰ ਦੇ ਥਰੂ ਪ੍ਰਾਪਰਟੀ ਮੈਨੇਜਰ ਦੇ ਥਰੂ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਉਹਨੂੰ ਸੰਪਰਕ ਦੇ ਵਿੱਚ ਲਿਆਓ। ਰੈਂਟ ਤੁਹਾਨੂੰ ਦੇਣਾ ਹੀ ਪੈਣਾ ਹੈ। ਹਾਂ ਹੁਣ ਤੁਸੀਂ ਘਟਾ ਸਕਦੇ ਹੋ ਤੇ ਇਸ ਗ੍ਰਾਂਟ ਦਾ ਲਾਹਾ ਜਿਹੜਾ ਲੈ ਸਕਦੇ ਹੋ ਕਿਉਂਕਿ ਜਿਹੜੀ ਆਮਦਨੀ ਆ ਉਹ ਸਾਰਿਆਂ ਦੀ ਹੀ ਘਟੀ ਆ। ਸ਼ੁਕਰੀਆ ਜੀ ਤੁਹਾਡਾ। ਹੁਣ ਲੈਂਦੇ ਹਾਂ ਇਸ ਹਿੱਸੇ ਦੇ ਵਿੱਚੋਂ ਤੁਹਾਡੇ ਕੋਲ ਇਜਾਜ਼ਤ ਦੋਸਤੋ। ਇਹ ਸਾਥ ਜਿਹੜਾ ਇਸੇ ਤਰ੍ਹਾਂ ਰਵੇ ਬਰਕਰਾਰ ਰੇਡੀਓ ਹਾਂਜੀ 1674 AM ਦੇ ਉੱਤੇ। Number one, Radio Hanji. Radio Hanji.